ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਹੈਲੋ एवरीवन, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਾਸਟ ਲੈਕਚਰ ਦੀ ਜੇ ਆਪਾਂ ਗੱਲ ਕਰੀਏ ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਕਿਵੇਂ ਕੁਝ ਰੀਜਨਲ ਪਾਰਟੀਜ਼ ਐਗਜ਼ਿਸਟੈਂਸ ਚ ਆਣ ਗਈਆਂ। ਬੰਗਾਲ ਦੀ ਇੱਕ ਰੀਜਨਲ ਪਾਰਟੀਜ਼ ਬਣ ਗਈਆਂ, ਮਦਰਾਸ ਦੀਆਂ ਬਣ ਗਈਆਂ, ਬੰਬੇ ਦੀਆਂ ਬਣ ਗਈਆਂ। ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਰੀਜਨਲ ਪਾਰਟੀਜ਼ ਦੇ ਕੁਝ ਨਾ ਕੁਝ ਲਿਮਿਟੇਸ਼ਨਸ ਹੋਣਗੀਆਂ। ਇਹਨਾਂ ਦੇ ਜਿਹੜੇ ਟੀਚੇ ਹੋਣਗੇ, ਗੋਲ ਹੋਣਗੇ, ਕਾਫੀ ਜ਼ਿਆਦਾ ਸੀਮਿਤ ਹੋਣਗੇ, ਛੋਟੇ ਹੋਣਗੇ ਗੋਲ। ਤਾਂ ਇੱਥੇ ਆਪਾਂ ਦੇਖਦੇ ਸੀ ਕਿ ਇੱਕ ਮੰਗ ਉੱਠਦੀ ਸੀ ਕਿ ਇੱਕ ਆਲ ਇੰਡੀਆ ਲੈਵਲ ਦੀ ਇੱਕ ਵੱਡੀ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਹੈ, ਇੱਕ ਵੱਡੀ ਪਾਰਟੀ ਹੋਣੀ ਚਾਹੀਦੀ ਹੈ। ਜੇ ਆਪਾਂ ਗੱਲ ਕਰੀਏ ਕਿ ਕਾਂਗਰਸ ਤੋਂ ਪਹਿਲਾਂ ਕੋਈ ਐਵੇਂ ਦੀ ਪਾਰਟੀ ਬਣਾਉਣ ਦੀ ਗੱਲ ਹੋਈ ਸੀ ਤਾਂ ਬਿਲਕੁਲ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਇੰਡੀਅਨ ਨੈਸ਼ਨਲ ਐਸੋਸੀਏਸ਼ਨ 1876 ਦੇ ਵਿੱਚ ਆਪਾਂ ਦੇਖਿਆ ਸੀ ਸੁਰਿੰਦਰਨਾਥ ਬੈਨਰਜੀ ਨੇ ਬਣਾਈ ਸੀ ਇੰਡੀਅਨ ਨੈਸ਼ਨਲ ਐਸੋਸੀਏਸ਼ਨ, ਪਰ ਉਹ ਜ਼ਿਆਦਾ ਸਕਸੈਸਫੁਲ ਨਹੀਂ ਹੋ ਪਾਈ। ਕਲੀਅਰ? ਤਾਂ ਕਿਤੇ ਨਾ ਕਿਤੇ ਅਜੇ ਵੀ ਇੱਕ ਮੰਗ ਸੀ ਵੀ ਇੱਕ ਆਲ ਇੰਡੀਆ ਲੈਵਲ ਦੀ ਨੈਸ਼ਨਲ ਇੱਕ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਇੰਡੀਆ ਦੀ ਫਰੀडम ਸਟਰਗਲ ਨੂੰ ਲੀਡ ਕਰੇ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਤਾਂ ਅੱਜ ਦੇ ਲੈਕਚਰ 'ਚ ਆਪਾਂ ਡਿਸਕਸ ਕਰਾਂਗੇ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ। ਇੰਡੀਅਨ ਨੈਸ਼ਨਲ ਕਾਂਗਰਸ ਦੀ ਜੇ ਗੱਲ ਕਰਾਂਗੇ ਤਾਂ ਆਪਾਂ ਦੇਖਾਂਗੇ ਜਿੱਦਾਂ ਤੁਸੀਂ ਫੋਟੋ ਦੇਖ ਸਕਦੇ ਹੋ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਵਾਸ ਫਾਊਂਡਡ ਬਾय A.O. ਹਿਊਮ। ਹੁਣ A.O. ਹਿਊਮ ਕੌਣ ਸੀਗੇ? ਤਾਂ ਯਾਦ ਰੱਖਿਓ ਜੀ, A.O. ਹਿਊਮ ਵਾਸ ਰਿਟਾਇਰਡ ਇੰਗਲਿਸ਼ ਇੰਡੀਅਨ ਸਿਵਲ ਸਰਵੈਂਟ। ਠੀਕ ਹੈ ਜੀ, ਇੱਕ ਅੰਗਰੇਜ਼ ਨੇ ਇੰਡੀਅਨ ਨੈਸ਼ਨਲ ਕਾਂਗਰਸ ਫਾਊਂਡ ਕੀਤੀ। ਹੁਣ ਕੁਐਸਚਨ ਮਨ ਦੇ ਵਿੱਚ ਆ ਜਾਂਦੇ ਆਏਗਾ ਕਿ ਇੱਕ ਸੁਰਿੰਦਰਨਾਥ ਬੈਨਰਜੀ ਨੇ ਆਲ ਇੰਡੀਆ ਲੈਵਲ ਦੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਸਕਸੈਸਫੁਲ ਨਹੀਂ ਹੋਈ। ਪਰ ਇੱਕ ਅੰਗਰੇਜ਼ ਨੇ, ਇੱਕ ਸਿਵਲ ਸਰਵੈਂਟ ਜਿਹੜਾ ਰਿਟਾਇਰ ਹੋ ਚੁੱਕਿਆ ਹੈ, ਉਹਨੇ ਇੱਕ ਪਾਰਟੀ ਬਣਾਈ ਤੇ ਉਹ ਕਾਫੀ ਜ਼ਿਆਦਾ ਸਕਸੈਸਫੁਲ ਹੋ ਜਾਏਗੀ। ਇਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਠੀਕ ਹੈ ਜੀ, ਜੇ ਗੱਲ ਕਰੀਏ ਪੁਆਇੰਟਸ ਕਿੱਥੋਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਫੈਕਚੁਅਲ ਕੁਐਸਚਨ ਜਿਹੜੇ ਨੇ ਕਾਂਗਰਸ ਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਐਜ਼ ਇਟ ਇਜ਼ ਹੀ। ਵੀ ਕਾਂਗਰਸ ਜੇ ਆਪਾਂ ਗੱਲ ਕਰੀਏ ਫੈਕਟਸ ਦੀ ਤਾਂ ਕਿਹੜੇ ਸਾਲ ਦੇ ਵਿੱਚ ਫਾਰਮੇਸ਼ਨ ਹੋਈ ਸੀ? ਤਾਂ ਯਾਦ ਰੱਖਿਓ 1885 ਦੇ ਵਿੱਚ। ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਕਾਂਗਰਸ ਦਾ ਜਿਹੜਾ ਪਹਿਲਾ ਸੈਸ਼ਨ ਹੋਇਆ ਸੀ ਉਹ ਕਿੱਥੇ ਹੋਇਆ ਸੀ? ਤਾਂ ਆਪਾਂ ਯਾਦ ਰੱਖੀਏ ਕਾਂਗਰਸ ਦਾ ਪਹਿਲਾ ਸੈਸ਼ਨ ਹੋਏਗਾ ਬੰਬੇ ਦੇ ਵਿੱਚ। ਉਸ ਤੋਂ ਬਾਅਦ ਹਰ ਸਾਲ ਕਾਂਗਰਸ ਦੇ ਸੈਸ਼ਨ ਹੋਣਗੇ। ਠੀਕ ਹੈ ਜੀ, ਹਰ ਸਾਲ ਸੈਸ਼ਨ ਦੇ ਵਿੱਚ ਇੱਕ ਨਾ ਇੱਕ ਨੂੰ ਕੀ ਚੂਜ਼ ਕੀਤਾ ਜਾਏਗਾ? ਪ੍ਰੈਜ਼ੀਡੈਂਟ ਚੂਜ਼ ਕੀਤਾ ਜਾਏਗਾ। ਤੇ ਜਿਹੜਾ ਪਹਿਲਾ ਸੈਸ਼ਨ ਹੋਏਗਾ ਬੰਬੇ ਦੇ ਵਿੱਚ ਉਹਦੇ ਪ੍ਰੈਜ਼ੀਡੈਂਟ ਕੌਣ ਸੀ? WC ਬੈਨਰਜੀ। ਨਾਮ ਯਾਦ ਰੱਖਿਓ ਜੀ, WC ਬੈਨਰਜੀ ਕੀ ਸੀਗੇ? ਫਸਟ ਪ੍ਰੈਜ਼ੀਡੈਂਟ ਸੀ। ਫਾਊਂਡ ਕਿਹਨਾਂ ਨੇ ਕੀਤਾ ਸੀ? A.O. ਹਿਊਮ ਨੇ ਕੀਤਾ ਸੀ। A.O. ਹਿਊਮ ਕੌਣ ਸੀ? ਇੱਕ ਅੰਗਰੇਜ਼ ਸੀ, ਰਿਟਾਇਰਡ ਸਿਵਲ ਸਰਵੈਂਟ ਸੀ। ਕਲੀਅਰ? ਚਲੋ ਜੀ, ਹੁਣ ਇੰਡੀਅਨਸ ਨੇ ਬਣਾਈ, ਸਕਸੈਸਫੁਲ ਨਹੀਂ ਹੋਈ। ਗੋਰੇ ਨੇ ਬਣਾਈ, ਸਕਸੈਸਫੁਲ ਹੋ ਰਹੀ ਹੈ। ਤਾਂ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਜ਼ਰੂਰ ਆਏਗੀ। ਇੱਥੋਂ ਹੀ ਇੱਕ ਥਿਊਰੀ ਆਂਦੀ ਹੈ, ਸੇਫਟੀ ਵਾਲਵ ਥਿਊਰੀ। ਹੁਣ ਇਹ ਸੇਫਟੀ ਵਾਲਵ ਥਿਊਰੀ ਹੋਏਗੀ ਕੀ? ਦੇਖੋ ਜੀ, ਸਿੰਪਲ ਹੈ। ਪਿੱਛੇ ਤੁਹਾਡੇ ਇੱਕ ਇਮੇਜ ਦਿਖ ਲਿਆ, ਫੋਟੋ ਦਿਖ ਲਿਆ ਤੁਹਾਨੂੰ। ਕੁੱਕਰ ਹੈ, ਕੁੱਕਰ ਦੀ ਕੀ ਲੱਗੀ ਹੋਈ ਹੈ ਉੱਪਰ? ਆਪਾਂ ਕਹਿ ਸਕਦੇ ਹਾਂ ਵਿਸਲ ਹੈ, ਇਹਨੂੰ ਪੰਜਾਬੀ ਚ ਆਪਾਂ ਕੀ ਕਹਿੰਦੇ ਨੇ? ਕੁੱਕਰ ਦੀ ਉੱਪਰ ਸੀਟੀ ਲੱਗੀ ਹੋਈ ਹੈ। ਇਹਦਾ ਕੰਮ ਕੀ ਹੈ? ਜੇ ਗੱਲ ਕਰੀਏ ਪ੍ਰੈਸ਼ਰ ਕੁੱਕਰ ਦੀ ਤਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਕੀ ਹੋਏਗਾ? ਕੋਈ ਵੀ ਚੀਜ਼ ਆਪਾਂ ਬਣਾ ਰਹੇ ਤਾਂ ਕਾਫੀ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਹੁੰਦਾ ਹੈ। ਹੁਣ ਜੇ ਇਹ ਸੀਟੀ ਚੰਗੀ ਤਰ੍ਹਾਂ ਕੰਮ ਨਾ ਕਰੇ, ਕਈ ਵਾਰ ਕੀ ਹੁੰਦਾ ਹੈ ਸੀਟੀ ਜਿਹੜੀ ਹੈ ਬੰਦ ਹੋ ਜਾਂਦੀ ਹੈ। ਇਹ ਵਿਸਲ ਜਿਹੜੀ ਹੈ ਆਪਾਂ ਬੰਦ ਕਰ ਦਈਏ, ਬਲੌਕ ਕਰ ਦਈਏ, ਇਹਦੇ ਉੱਪਰ ਕੁਝ ਰੱਖ ਦੋ ਤਾਂ ਕੀ ਹੋਏਗਾ? ਤਾਂ ਆਪਾਂ ਦੇਖਾਂਗੇ ਕੁੱਕਰ ਜਿਹੜਾ ਹੈ ਉਹ ਫਟ ਜਾਏਗਾ। ਤਾਂ ਬ੍ਰਿਟਿਸ਼ਰਸ ਨੇ ਵੀ, ਆਪਾਂ ਕਹਾਂਗੇ ਜੇ ਥਿਊਰੀ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਵੱਲੋਂ ਵੀ ਇੱਕ ਥਿਊਰੀ ਆਂਦੀ ਹੈ ਕਿ ਇਸ ਤੋਂ ਪਹਿਲਾਂ ਹੋਇਆ ਕੀ ਸੀ। 1885 ਤੋਂ ਗੱਲ ਕਰਾਂਗੇ ਤਾਂ 1857 ਦੇ ਵਿੱਚ ਨੀਚੇ ਜਿਹੜਾ ਸੀ, ਨੀਚੇ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕੀ ਵੱਧ ਗਿਆ ਸੀ? ਪ੍ਰੈਸ਼ਰ ਵੱਧ ਗਿਆ ਸੀ। ਲੋਕਾਂ 'ਚ ਬਹੁਤ ਜ਼ਿਆਦਾ ਪ੍ਰੈਸ਼ਰ ਵਧਣ ਕਰਕੇ ਉਹਨਾਂ ਨੂੰ ਕੀ ਨਹੀਂ ਮਿਲਿਆ? ਕੋਈ ਰਾਹ ਨਹੀਂ ਮਿਲਿਆ ਪ੍ਰੈਸ਼ਰ ਜਿਹੜਾ ਹੈ ਬਾਹਰ ਨਿਕਲ ਸਕੇ। ਉਹ ਜਿਹੜਾ ਕੋਈ ਰਾਹ ਨਹੀਂ ਮਿਲਿਆ ਤਾਂ ਲੋਕਾਂ ਨੇ ਕੀ ਕੀਤਾ? 1857 ਦਾ ਰਿਵੋਲਟ ਕਰਤਾ। ਇਹ ਅੰਗਰੇਜ਼ਾਂ ਦੀ ਕੀ ਸੀ? ਇੱਕ ਆਪਾਂ ਕਹਿ ਸਕਦੇ ਹਾਂ ਥਿਊਰੀ ਚੱਲਦੀ ਹੈ। ਤਾਂ ਉਹ ਕਹਿੰਦੇ ਕਿ ਅਸੀਂ ਕੀ ਕੀਤਾ? ਇੰਡੀਅਨਸ ਨੂੰ ਇੱਕ ਪਲੇਟਫਾਰਮ ਦੇਤਾ। ਬ੍ਰਿਟਿਸ਼ਰਸ ਕਹਿ ਰਹੇ ਨੇ ਅਸੀਂ ਇੰਡੀਅਨਸ ਨੂੰ ਇੱਕ ਪਲੇਟਫਾਰਮ ਦੇਤਾ। ਪਲੇਟਫਾਰਮ ਦਾ ਨਾਮ ਕੀ ਹੈ? ਇੰਡੀਅਨ ਨੈਸ਼ਨਲ ਕਾਂਗਰਸ। ਹੁਣ ਇੰਡੀਅਨ ਨੈਸ਼ਨਲ ਕਾਂਗਰਸ ਐਵੇਂ ਦਾ ਪਲੇਟਫਾਰਮ ਹੈ, ਨੀਚੇ ਜਿੰਨਾ ਵੀ ਪ੍ਰੈਸ਼ਰ ਹੋਏਗਾ ਉਹ ਇਹਨਾਂ ਕੋਲ ਆਏਗਾ। ਇਹ ਆ ਕੇ ਕੀ ਕਰਨਗੇ? ਸਾਨੂੰ ਦੱਸਣਗੇ ਤੇ ਪ੍ਰੈਸ਼ਰ ਇਹਨਾਂ ਦਾ ਕੀ ਹੋ ਜਾਏਗਾ? ਰਿਲੀਜ਼ ਹੋ ਜਾਏਗਾ। ਇੱਕ ਪਲੇਟਫਾਰਮ ਦੇਤਾ ਇੰਡੀਅਨਸ ਨੂੰ ਜਿੱਥੇ ਉਹ ਆਪਣਾ ਰੌਲਾ ਰੱਪਾ ਪਾਈ ਜਾਣ। ਰੌਲਾ ਰੱਪਾ ਪਾਈ ਜਾਣਗੇ, ਆਪਣਾ ਆਪਾਂ ਕਹਿ ਸਕਦੇ ਦਿਲ ਹੌਲਾ ਕਰੀ ਜਾਣਗੇ ਤੇ ਉਹ ਕੀ ਨਹੀਂ ਕਰਨਗੇ? ਰਿਵੋਲਟ ਨਹੀਂ ਹੋਏਗਾ। ਕਲੀਅਰ? ਇਹ ਸੀਗੀ ਸੇਫਟੀ ਵਾਲਵ ਥਿਊਰੀ। ਇਹਨੂੰ ਕਈ ਵਾਰ ਆਪਾਂ ਕਹਿੰਦੇ ਡਿਸਕਾਰਡਡ ਵੀ ਕੀਤਾ ਜਾਂਦਾ, ਮੰਨਿਆ ਵੀ ਨਹੀਂ ਜਾਂਦਾ ਕਿਉਂਕਿ ਐਵੇਂ ਦਾ ਕੁਝ ਹੋਇਆ ਹੀ ਨਹੀਂ ਸੀ। ਕਲੀਅਰ? ਇਹ ਕਿਉਂਕਿ ਅਲੱਗ-ਅਲੱਗ ਆਪਾਂ ਕਹਿ ਸਕਦੇ ਹਾਂ ਕਿ ਹਿਸਟੋਰੀਅਨਸ ਦੀ ਥਿਊਰੀਜ਼ ਨੇ, ਪਰ ਐਜ਼ ਇਟ ਇਜ਼ ਤੁਹਾਨੂੰ ਪੇਪਰ 'ਚ ਆ ਜਾਂਦਾ ਕਈ ਵਾਰ ਕਿ ਸੇਫਟੀ ਵਾਲਵ ਥਿਊਰੀ ਕੀ ਸੀ। ਤਾਂ ਇਹ ਤੁਸੀਂ ਯਾਦ ਰੱਖਣਾ ਕਿ ਸੇਫਟੀ ਵਾਲਵ ਥਿਊਰੀ ਦਾ ਆਬਜੈਕਟਿਵ ਕੀ ਸੀ, ਉਹਦੇ 'ਚ ਕੀ ਆ ਰਿਹਾ ਸੀ। ਕਲੀਅਰ? ਚਲੋ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ। ਤਾਂ ਕਾਂਗਰਸ 1885 ਦੇ ਵਿੱਚ ਜਿਹੜੀ ਬਣੇਗੀ ਤਾਂ ਆਪਾਂ ਦੇਖਾਂਗੇ ਇਸ ਦਾ ਅਰਲੀ ਫੇਸ। ਹੁਣ ਦੇਖੋ ਜੀ, ਕਾਂਗਰਸ ਕੋਈ ਬਾਹਰੋਂ ਦੀ ਲੋਕਾਂ ਨੇ ਆ ਕੇ ਨਹੀਂ ਬਣਾਈ। ਇੱਥੇ ਹੀ ਐਜੂਕੇਟਿਡ ਮਿਡਲ ਕਲਾਸ ਜਿਹੜੇ ਸੀ, ਜਿਹੜੇ ਰਿਫਾਰਮਸ ਲੈ ਕੇ ਆ ਰਹੇ ਸੀ, ਜਿਹੜੇ ਅਲੱਗ-ਅਲੱਗ ਛੋਟੀਆਂ-ਛੋਟੀਆਂ ਪਾਰਟੀਆਂ ਬਣਾ ਰਹੇ ਸੀ, ਉਹੀ ਲੀਡਰਸ ਨੇ ਇਕੱਠੇ ਹੋ ਕੇ ਕਿਸ ਚਾਣਗੇ? ਕਾਂਗਰਸ ਚਾਣਗੇ। ਤਾਂ ਹੀ ਉਹ ਕੀ ਹੋ ਪਾਏਗੀ? ਬਹੁਤ ਜ਼ਿਆਦਾ ਸਕਸੈਸਫੁਲ ਹੋ ਪਾਏਗੀ। ਠੀਕ ਹੈ ਜੀ,
ਜੇ ਹੁਣ ਆਪਾਂ ਗੱਲ ਕਰੀਏ ਕਿ ਉਹਨਾਂ ਦੀ ਆਈਡੀਓਲੋਜੀ ਚੇਂਜ ਹੋ ਜਾਏਗੀ ਕਾਂਗਰਸ ਚ ਆ ਕੇ, ਪਹਿਲਾਂ ਆਪਣੀ ਪਾਰਟੀ ਬੰਗਾਲ ਵਿੱਚ ਕੰਮ ਕਰ ਰਹੇ ਸੀ, ਉੱਥੇ ਸ਼ਾਂਤਪੂਰਵਕ ਕੰਮ ਕਰ ਰਹੇ ਸੀ, ਕਿ ਕਾਂਗਰਸ ਚ ਆ ਕੇ ਉਹ ਕਹਿਣਗੇ ਕਿ ਨਹੀਂ ਹੁਣ ਤਾਂ ਹਥਿਆਰ ਚੱਕ ਲਓ, ਨਹੀਂ। ਆਪਾਂ ਦੇਖਾਂਗੇ ਕਿ ਕਾਂਗਰਸ ਦਾ 1885 ਤੋਂ ਜੇ ਸ਼ੁਰੂ ਕਰੀਏ ਨਾ, 1885 ਤੋਂ ਲੈ ਕੇ 1905 ਤੱਕ ਦਾ ਜਿਹੜਾ ਫੇਜ਼ ਹੈ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਕਾਂਗਰਸ ਦਾ ਕਿਹੜਾ ਫੇਜ਼ ਹੈ, ਮੋਡਰੇਟ ਫੇਜ਼। ਮੋਡਰੇਟ ਫੇਜ਼ ਦਾ ਮਤਲਬ ਜਿਹੜੇ ਇਹਦੇ ਵਿੱਚ ਕੰਮ ਕਰ ਰਹੇ ਸੀਗੇ ਲੀਡਰ ਸੀਗੇ, ਉਹ ਕਿਸੇ ਮੋਡਰੇਟ ਸੀ। ਮੋਡਰੇਟ ਮਤਲਬ ਜ਼ਿਆਦਾ ਐਕਸਟ੍ਰੀਮ ਨਹੀਂ ਜਾ ਰਹੇ ਹੋ, ਠੀਕ ਹੈ ਜੀ, ਉਹਨਾਂ ਦੇ ਟੀਚੇ ਵੀ ਜ਼ਿਆਦਾ ਵੱਡੇ ਨਹੀਂ। ਹੁਣ ਕਾਂਗਰਸ ਬਣ ਗਈ, ਕਾਂਗਰਸ 1885 ਚ ਬਣੀ ਹੈ, ਕਾਂਗਰਸ ਨੇ 1885 ਚ ਬਣਦੇ ਹੀ ਆਪਣੇ ਆਪ ਨੂੰ ਇਹ ਨਹੀਂ ਕਿਹਾ ਕਿ ਅਸੀਂ ਬ੍ਰਿਟਿਸ਼ਰਸ ਤੋਂ ਆਜ਼ਾਦੀ ਦਿਵਾਵਾਂਗੇ, ਨਹੀਂ। ਇਹ ਕਦੀ ਵੀ ਕਾਂਗਰਸ ਦਾ ਸਟਾਰਟਿੰਗ ਚ ਗੋਲ ਹੋਏਗਾ ਹੀ ਨਹੀਂ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਣੀ ਹੈ, ਅੰਗਰੇਜ਼ਾਂ ਨੂੰ ਇੰਡੀਆ ਤੋਂ ਕੱਢਣਾ ਹੈ। ਕਾਂਗਰਸ ਦਾ ਰੋਲ ਕੀ ਸੀਗਾ, ਆਬਜੈਕਟਿਵ ਕੀ ਸੀ ਕਾਂਗਰਸ ਦੇ? ਤਾਂ ਦੇਖੋ ਜੀ, ਕਾਂਗਰਸ ਦਾ ਆਬਜੈਕਟਿਵ ਸੀਗਾ ਕਿ ਇੰਡੀਆ ਦੇ ਪੀਪਲ ਨੂੰ ਐਜੂਕੇਟ ਕਰੋ, ਉਹਨਾਂ ਨੂੰ ਪੋਲੀਟੀਸਾਈਜ਼ ਕਰੋ, ਉਹਨਾਂ ਨੂੰ ਪਤਾ ਲੱਗੇ। ਜੇ ਗੱਲ ਕਰੀਏ ਕਿ ਇੱਥੇ ਪ੍ਰੋਪੇਗੈਂਡਾ ਲੈ ਕੇ ਆਵਾਂਗੇ, ਅਸੀਂ ਡਿਵੈਲਪ ਕਰਾਂਗੇ ਐਂਟੀ ਕਲੋਨੀਅਲ ਨੈਸ਼ਨਲਿਸਟ ਆਈਡੀਓਲੋਜੀ ਦੇ ਅਗੇਂਸਟ, ਠੀਕ ਹੈ ਜੀ, ਮਤਲਬ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ, ਲੋਕਾਂ ਨੂੰ ਪਹਿਲਾਂ ਅਵੇਅਰ ਕਰਾਂਗੇ। ਇਹ ਨਹੀਂ ਹੈਗਾ ਕਿ ਅਸੀਂ ਅੱਜ 1885 ਚ ਕਾਂਗਰਸ ਬਣਾਈਏ ਤੇ ਕੱਲ ਹੀ ਅਸੀਂ ਕਹਿ ਦਈਏ ਕਿ ਹਥਿਆਰ ਚੱਕ ਲਓ। ਜੇ ਹਥਿਆਰ ਚਕਾਤੇ ਨਾਲ ਦੀ ਨਾਲ ਹੀ ਅੰਗਰੇਜ਼ਾਂ ਨੇ ਕੀ ਕਰਨਾ ਹੈ, ਸਾਰੀ ਕਾਂਗਰਸ ਬੰਦ। ਤਾਂ ਇਹ ਮੋਡਰੇਟਸ ਨੂੰ ਦਿਖ ਰਿਹਾ ਹੈ ਕਿ ਇੱਕ ਮਾਸ ਸਟਰਗਲ, ਇੱਕ ਵੱਡੀ ਮੂਵਮੈਂਟ ਅਸੀਂ ਸ਼ੁਰੂ ਨਹੀਂ ਕਰ ਸਕਦੇ। ਕਿਉਂ ਨਹੀਂ ਸ਼ੁਰੂ ਕਰ ਸਕਦੇ? ਸਭ ਤੋਂ ਪਹਿਲੀ ਗੱਲ ਜਿਹੜੇ ਮੋਡਰੇਟਸ ਨੇ, ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਨਾ, ਸਟਾਰਟਿੰਗ ਦੇ ਵਿੱਚ ਕਾਂਗਰਸ ਦੇ ਵਿੱਚ ਜੁਆਇਨ ਕੌਣ ਕੀਤੇ? ਆ ਦੇਖੋ ਜੀ ਫੋਟੋ, ਕਾਂਗਰਸ ਦੇ ਵਿੱਚ ਲੋਕੀ ਜੁਆਇਨ ਕੌਣ ਕੀਤੇ? ਆਮ ਲੋਕ ਜੁਆਇਨ ਕੀਤੇ? ਨਹੀਂ ਕੀਤੇ ਆਮ ਲੋਕ ਜੁਆਇਨ। ਕਾਂਗਰਸ ਦੇ ਵਿੱਚ ਜੁਆਇਨ ਕੌਣ ਕਰਨਗੇ? ਪੜ੍ਹੇ ਲਿਖੇ ਜੁਆਇਨ ਕਰ ਰਹੇ ਨੇ ਕਾਂਗਰਸ ਨੂੰ ਸਟਾਰਟਿੰਗ 'ਚ। ਹੁਣ ਪੜ੍ਹੇ ਲਿਖੇ ਕਿਉਂ ਨੇ? ਜੇ ਆਪਾਂ ਗੱਲ ਕਰੀਏ ਆਪਣੀ ਸੁਸਾਇਟੀ ਦੀ, ਤਾਂ ਇਹ ਪੜ੍ਹੇ ਲਿਖੇ ਕਿਉਂ ਨੇ? ਕਿ ਇਹ ਗਰੀਬ ਸੀਗੇ ਤਾਂ ਪੜ੍ਹ ਲਿਖ ਗਏ? ਨਹੀਂ, ਇਹਨਾਂ ਕੋਲ ਸੁਵਿਧਾਵਾਂ ਸੀ, ਇਹਨਾਂ ਕੋਲ ਪੈਸੇ ਸੀ, ਇਹ ਜ਼ਮੀਂਦਾਰ ਸੀ, ਇਹ ਲਾਇਰ ਸੀ, ਮਤਲਬ ਕਿ ਇਹ ਚੰਗੇ ਘਰਾਣੇ ਤੋਂ ਸੀਗੇ ਲੋਕ, ਤਾਂ ਇਹ ਕਾਂਗਰਸ 'ਚ ਜੁਆਇਨ ਕੀਤੇ, ਠੀਕ ਹੈ ਜੀ। ਮਤਲਬ ਕਿ ਸਟਾਰਟਿੰਗ 'ਚ ਹੀ ਕਾਂਗਰਸ ਜਿਹੜੀ ਹੈ ਆਮ ਲੋਕਾਂ ਦੀ ਪਾਰਟੀ ਨਹੀਂ ਹੈ ਸਟਾਰਟਿੰਗ 'ਚ, ਇਹ ਕਿਹਨਾਂ ਦੀ ਹੈ? ਕੁਝ ਉੱਪਰਲੇ ਲੋਕਾਂ ਦੀ ਪਾਰਟੀ ਹੈ, ਜਿਹੜੇ ਦੇਸ਼ ਦਾ ਭਲਾ ਸੋਚ ਰਹੇ ਨੇ, ਉਹ ਲੋਕ ਨੇ, ਜਿਹੜੇ ਉੱਪਰਲੇ ਲੋਕ ਨੇ, ਕੁਝ ਅਮੀਰ ਲੋਕ ਨੇ ਜਿਹੜੇ ਦੇਸ਼ ਦਾ ਭਲਾ ਸੋਚ ਰਹੇ ਨੇ, ਉਹਨਾਂ ਨੇ ਕਾਂਗਰਸ ਬਣਾਈ। ਪਰ ਇੱਥੇ ਗਲਤੀ ਕੀ ਹੋ ਰਹੀ ਹੈ ਕਾਂਗਰਸ ਤੋਂ? ਕਾਂਗਰਸ ਤੋਂ ਇਹ ਗਲਤੀ ਹੋ ਰਹੀ ਹੈ, ਨੀਚੇ ਲਿੰਕ ਨਹੀਂ ਬਣਾ ਰਹੇ, ਇਹ ਆਮ ਲੋਕਾਂ ਨਾਲ ਲਿੰਕ ਨਹੀਂ ਬਣਾ ਰਹੇ। ਕਿਉਂ ਨਹੀਂ ਲਿੰਕ ਬਣਾ ਰਹੇ? ਇਹ ਕਹਿੰਦੇ ਅਸੀਂ ਇਹਨਾਂ ਨੂੰ ਅਵੇਅਰ ਕਰ ਦਾਂਗੇ। ਆਪਾਂ ਇਹਨਾਂ ਨੂੰ ਇਹ ਨਹੀਂ ਕਹਿਣਾ ਕਿ ਕੋਈ ਮੂਵਮੈਂਟ ਸ਼ੁਰੂ ਕਰੋ, ਅਸੀਂ ਮੂਵਮੈਂਟ ਨਹੀਂ ਕੋਈ ਲੈ ਕੇ ਆ ਰਹੇ, ਕੋਈ ਮੂਵਮੈਂਟ ਨਹੀਂ ਕਰਾਂਗੇ। ਅੰਗਰੇਜ਼ਾਂ ਨੂੰ ਬਸ ਆਪਾਂ ਕਹਾਂਗੇ ਕਿ ਸਰ ਤੁਸੀਂ ਕੀ ਕਰੋ, ਥੋੜੇ ਸਾਡੇ ਛੋਟੇ ਆਬਜੈਕਟਿਵਸ ਨੇ, ਇਹਨਾਂ ਨੂੰ ਫੁਲਫਿਲ ਕਰੀ ਚਲੋ, ਅਸੀਂ ਕੋਈ ਮੂਵਮੈਂਟ ਨਹੀਂ ਕਰਨੀ, ਤੁਹਾਡੇ ਅਗੇਂਸਟ ਤਾਂ ਅਸੀਂ ਜਾ ਹੀ ਨਹੀਂ ਰਹੇ, ਬਸ ਤੁਸੀਂ ਸਾਨੂੰ ਰਿਫਾਰਮਸ ਦਿੰਦੇ ਰਹੋ। ਕਿਉਂ? ਕਿਉਂਕਿ ਦੇਖੋ ਜੀ, ਮੋਡਰੇਟਸ ਦੀ ਜੇ ਗੱਲ ਕਰਾਂਗੇ ਨਾ, ਤਾਂ ਮੋਡਰੇਟਸ ਨੂੰ ਇੱਕ ਚੀਜ਼ ਪਤਾ ਹੈ ਕਿ ਜੇ ਸਲੋਲੀ ਹੌਲੀ ਰਿਫਾਰਮਸ ਅੰਗਰੇਜ਼ਾਂ ਤੋਂ ਆਉਂਦੇ ਰਹੇ, ਹੌਲੀ ਪਾਵਰ ਜਿਹੜੀ ਹੈ ਟ੍ਰਾਂਸਫਰ ਹੁੰਦੀ ਰਹੀ, ਉਹ ਤਾਂ ਕੀ ਹੋਏਗਾ? ਪੀਸਫੁਲੀ। ਜੇ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਆਪਾਂ ਮਾਸਿਸ ਨੂੰ ਸਟਰਗਲ ਦੇ ਵਿੱਚ ਲੈ ਆਏ, ਮਾਸਿਸ ਨੂੰ ਅਸੀਂ ਕੀ ਕਰਤਾ, ਪਹਿਲਾਂ ਅਵੇਅਰ ਕਰਤਾ, ਅਵੇਅਰ ਕਰਕੇ ਉਹਨਾਂ ਨੂੰ ਕਿਹਾ ਕਿ ਚਲੋ ਆਜੋ ਸਾਡੇ ਨਾਲ ਮੂਵਮੈਂਟ ਕਰਦੇ ਹਾਂ। ਤਾਂ ਦੇਖੋ ਜੀ, ਇੱਕ ਟਾਈਮ ਤਾਂ ਐਵੇਂ ਦਾ ਆਏਗਾ ਕਿ ਲੀਡਰਸ ਦੀ ਗੱਲ ਜਿਹੜੇ ਨੇ ਮਾਸਿਸ ਮੰਨ ਰਹੇ ਨੇ। ਸਪੋਜ਼ ਕਰਦੇ ਹਾਂ ਜਿੰਨੇ ਵੀ ਆਪਣੇ ਲੀਡਰ ਹੈ, ਜਿਵੇਂ ਸੁਰਿੰਦਰਨਾਥ ਬੈਨਰਜੀ ਨੇ, ਸੁਬਰਮਨਿਅਮ ਅਈਅਰ, ਦਾਦਾ ਭਾਈ ਨਰੋਜੀ, ਜੀ.ਕੇ. ਗੋਖਲੇ, ਇਹਨਾਂ ਦੀ ਗੱਲ ਕੁਝ ਹੱਦ ਤੱਕ ਤਾਂ ਲੋਕੀ ਮੰਨਣਗੇ। ਸਟਾਰਟਿੰਗ ਦੀ ਗੱਲ ਕਰਦੇ ਹਾਂ, ਪਰ ਜਦੋਂ ਲੋਕਾਂ ਨੂੰ ਦਿਖੇਗਾ ਕਿ ਹੁਣ ਤਾਂ ਕੁਝ ਹੋ ਹੀ ਨਹੀਂ ਰਿਹਾ, ਅੰਗਰੇਜ਼ ਤਾਂ ਇਹਨਾਂ ਦੀ ਗੱਲ ਸੁਣ ਹੀ ਨਹੀਂ ਰਹੇ, ਫਿਰ ਲੋਕ ਕੀ ਕਰਨਗੇ? ਇੱਕ ਟਾਈਮ ਤੇ ਅੱਕ ਜਾਣਗੇ, ਇਹਨਾਂ ਦੀ ਗੱਲ ਮੰਨਣੋਂ ਹਟ ਜਾਣਗੇ। ਤੇ ਉਹ ਜਿਹੜੀ ਮੂਵਮੈਂਟ ਇਹ ਸੋਚ ਰਹੇ ਹੋਣਗੇ ਕਿ ਅਸੀਂ ਲੀਡ ਕਰਾਂਗੇ, ਤਾਂ ਲੋਕੀ ਇਹਨਾਂ ਨੂੰ ਲੀਡਰ ਤੋਂ ਵੀ ਹਟਾ ਦੇਣਗੇ, ਤੇ ਲੋਕੀ ਆਪ ਹੀ ਜਿਹੜੀ ਹੈ ਕੀ ਕਰਨਗੇ? ਮੂਵਮੈਂਟ ਅੱਗੇ ਵਧਾਉਣਗੇ। ਤੇ ਜਦੋਂ ਕੋਈ ਵੀ ਆਪਾਂ ਕਹਿ ਸਕਦੇ ਕਿ ਮੂਵਮੈਂਟ ਚੱਲਦੀ ਹੈ, ਉਹ ਕਿੰਨਾ ਦੇ ਕੰਟਰੋਲ ਚ ਆ ਜਾਏ? ਆਮ ਪਬਲਿਕ ਦੇ ਹੱਥ ਚ ਆ ਜਾਏ ਨਾ, ਤਾਂ ਉੱਥੇ ਕਿਤੇ ਨਾ ਕਿਤੇ ਕੀ ਹੋਏਗਾ? ਹਿੰਸਾ ਹੋਏਗੀ, ਵਾਇਲੈਂਸ ਹੋਏਗੀ। ਤੇ ਇਹੀ ਨਹੀਂ ਚਾਹੁੰਦੇ ਕੌਣ? ਮੋਡਰੇਟ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਤੋਂ ਅੰਗਰੇਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਬਲ ਦਾ ਪ੍ਰਯੋਗ ਕਰਨ ਦਾ ਮੌਕਾ ਦਿੱਤਾ ਜਾਵੇ। ਕਿਉਂ? ਕਿਉਂਕਿ ਜਿੱਥੇ ਉਹਨਾਂ ਨੇ ਦੇਖਿਆ ਕਿ ਵਾਇਲੈਂਸ ਹੋਈ, ਜਿੱਥੇ ਉਹਨਾਂ ਨੇ ਦੇਖਿਆ ਖੂਨ ਖਰਾਬਾ ਹੋਇਆ, ਉਹਨਾਂ ਕੋਲ ਤਾਂ ਇੱਕ ਪੂਰੀ ਆਰਮੀ ਹੈ, ਉਹਨਾਂ ਕੋਲ ਪੁਲਿਸ ਹੈ, ਉਹਨਾਂ ਨੇ ਕੀ ਕਰਨਾ ਹੈ? ਉਹਨਾਂ ਨੇ ਤੁਹਾਡੇ ਉੱਪਰ ਹਮਲਾ ਕਰ ਦੇਣਾ। ਕਲੀਅਰ? ਤਾਂ ਇਸ ਵਾਸਤੇ ਮੋਡਰੇਟ ਜਿਹੜੇ ਨੇ ਸਲੋਲੀ ਜਿਹੜਾ ਹੈ ਪਾਵਰਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਵੱਡਾ ਮਾਸ ਸਟਰਗਲ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਕਲੀਅਰ? ਚਲੋ ਜੀ, ਜੇ ਆਪਾਂ ਗੱਲ ਕਰੀਏ ਮੋਡਰੇਟਸ ਦੀ ਡਿਮਾਂਡਸ ਦੀ, ਤਾਂ ਮੋਡਰੇਟਸ ਮੰਗ ਕੀ ਰਹੇ ਸੀ? ਆਜ਼ਾਦੀ ਨਹੀਂ ਮੰਗ ਰਹੇ। ਇੱਕ ਚੀਜ਼ ਕਲੀਅਰ ਰੱਖਿਓ, ਆਜ਼ਾਦੀ ਮੋਡਰੇਟਸ ਅਜੇ ਨਹੀਂ ਮੰਗ ਰਹੇ, ਠੀਕ ਹੈ ਜੀ। ਚਲੋ ਜੀ, ਦੇਖੋ ਜੀ, ਮੋਡਰੇਟਸ ਕਹਿ ਕੇ ਰਹੇ ਨੇ, ਮੋਡਰੇਟਸ ਕਹਿ ਰਹੇ ਨੇ ਜੀ, ਦੇਖੋ ਸਭ ਤੋਂ ਪਹਿਲੀ ਡਿਮਾਂਡ ਕਿ ਤੁਸੀਂ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਕੀ ਕਰੋ, ਤੇ ਲੈਜਿਸਲੇਟਿਵ ਅਸੈਂਬਲੀ ਨੂੰ ਐਕਸਪੈਂਡ ਕਰੋ, ਤੇ ਇਹਦੇ ਵਿੱਚ ਇੰਡੀਅਨਸ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੁਲਾਓ, ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਹੋਵੇ ਲੈਜਿਸਲੇਟਿਵ ਕਾਉਂਸਲ ਤੇ ਲੈਜਿਸਲੇਟਿਵ ਅਸੈਂਬਲੀ ਚ। ਮਤਲਬ ਕਿ ਇੰਡੀਅਨਸ ਨੂੰ ਜੋ ਵੀ ਉਹਨਾਂ ਦਾ ਪ੍ਰੋਸੈਸ ਹੈ, ਕੋਈ ਵੀ ਐਕਟ ਬਣਨਾ ਹੈ, ਉਹਦੇ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਹੋਵੇ, ਸਾਡੀ ਆਪਾਂ ਕਹਿ ਸਕਦੇ ਕਿ ਗੱਲ ਸੁਣੀ ਜਾਏ। ਕਲੀਅਰ? ਉਸ ਤੋਂ ਬਾਅਦ ਦੇਖੋ ਜੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸਿਵਲ ਸਰਵਿਸਿਜ਼। ਮੋਡਰੇਟਸ ਦੀ ਡਿਮਾਂਡ ਹੈ ਕਿ ਸਿਵਲ ਸਰਵਿਸਿਜ਼ ਦਾ ਜਿਹੜਾ ਐਗਜ਼ਾਮ ਹੈ ਉਹ ਸਾਈਮਲਟੇਨੀਅਸਲੀ ਲਿੱਤਾ ਜਾਏ, ਇੱਕ ਸਾਲ ਇੰਗਲੈਂਡ ਚ ਲਿੱਤਾ ਜਾਏ, ਇੱਕ ਸਾਲ ਇੰਡੀਆ ਚ, ਇੱਕ ਸਾਲ ਇੰਗਲੈਂਡ ਚ, ਇੱਕ ਸਾਲ ਇੰਡੀਆ ਚ। ਨਹੀਂ ਤਾਂ ਪਹਿਲਾਂ ਕਿੱਥੇ ਲਿੱਤਾ ਜਾ ਰਿਹਾ ਸੀ? ਸਿਰਫ ਇੰਗਲੈਂਡ ਚ ਹੀ ਲਿੱਤਾ ਜਾ ਰਿਹਾ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਮੋਡਰੇਟਸ ਕਹਿ ਰਹੇ ਨੇ ਕਿ ਇੰਡੀਅਨਸ ਨੂੰ ਜ਼ਿਆਦਾ ਤੋਂ ਜ਼ਿਆਦਾ ਇੰਪਲੋਇਮੈਂਟ ਦਿੱਤੀ ਜਾਏ। ਕਿੱਥੇ ਦਿੱਤੀ ਜਾਏ?
ਹਾਇਰ ਗ੍ਰੇਡਸ ਆਫ ਐਡਮਿਨਿਸਟ੍ਰੇਸ਼ਨ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਬ੍ਰਿਟਿਸ਼ਰ ਜਿਹੜੇ ਨੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਟ ਕਰ ਰਹੇ ਸੀ, ਉਹ ਸਾਨੂੰ ਹਾਇਰ ਰੈਂਕਸ ਤੇ ਨਹੀਂ ਸੀ ਲੈ ਕੇ ਜਾ ਰਹੇ। ਲੋਅਰ ਕਲਾਸ ਜਿੰਨੇ ਵੀ ਆਪਾਂ ਕਹਿ ਸਕਦੇ ਕਿ ਕੰਮ ਨੇ ਗਰੁੱਪ ਡੀ ਗਰੁੱਪ ਸੀ ਦੀ ਪੋਸਟ, ਉੱਥੇ ਤੱਕ ਹੀ ਇੰਡੀਅਨ ਸੀਮਿਤ ਨੇ। ਇੰਡੀਅਨਸ ਜਿਹੜੇ ਨੇ ਜਿੰਨਾ ਮਰਜ਼ੀ ਕੈਪੇਬਲ ਹੋਏ, ਉਹਨੂੰ ਉੱਪਰ ਜਾਣ ਨੂੰ ਨਹੀਂ ਸੀ ਅਲਾਓ। ਠੀਕ ਹੈ ਜੀ, ਆਪਾਂ ਕੱਲ ਵੀ ਡਿਸਕਸ ਕੀਤਾ ਸੀ ਇਲਬਰਟ ਬਿਲ ਕੰਟਰੋਵਰਸੀ। ਇੰਡੀਅਨ ਜੱਜ ਬਣ ਗਏ, ਜੱਜ ਬਣ ਕੇ ਵੀ ਉਹ ਇੱਕ ਗੋਰੇ ਨੂੰ ਸਜ਼ਾ ਨਹੀਂ ਸੀ ਦੇ ਸਕਦੇ। ਕਿਉਂ ਨਹੀਂ ਸੀ ਦੇ ਸਕਦੇ? ਕਿਉਂਕਿ ਗੋਰੇ ਨੂੰ ਸਜ਼ਾ ਸਿਰਫ ਇੱਕ ਯੂਰੋਪੀਅਨ ਜੱਜ ਹੀ ਦੇ ਸਕਦਾ ਸੀ, ਤੇ ਇੱਕ ਯੂਰੋਪੀਅਨ ਜੱਜ ਇੰਡੀਅਨ ਨੂੰ ਵੀ ਸਜ਼ਾ ਦੇ ਸਕਦਾ ਸੀ ਤੇ ਯੂਰੋਪੀਅਨ ਨੂੰ ਵੀ ਦੇ ਸਕਦਾ ਸੀ, ਪਰ ਇੰਡੀਅਨ ਜੱਜ ਕੋਲ ਨਹੀਂ ਸੀ ਇੰਨੀ ਪਾਵਰ। ਤਾਂ ਮਤਲਬ ਕਿ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਚੱਲ ਰਹੀ ਸੀ, ਤੇ ਉਹ ਡਿਸਕ੍ਰਿਮੀਨੇਸ਼ਨ ਨੂੰ ਘੱਟ ਕਰਨ ਲਈ ਮੋਡਰੇਟਸ ਕੀ ਨੇ ਕੰਮ ਕਰ ਰਹੇ ਨੇ। ਕਲੀਅਰ? ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਯਾਦ ਰੱਖਿਓ, ਮੋਡਰੇਟਸ ਕਹਿ ਰਹੇ ਨੇ ਬ੍ਰਿਟਿਸ਼ਰਸ ਨੂੰ ਕਿ ਤੁਸੀਂ ਆਪਣਾ ਐਕਸਪੈਂਡੀਚਰ ਜਿਹੜਾ ਖਰਚਾ ਆਰਮੀ ਤੇ ਕਰ ਰਹੇ ਹੋ ਇਹਨੂੰ ਘਟਾਓ। ਕਿਉਂ ਆਰਮੀ ਤੇ ਖਰਚਾ ਕਰ ਰਹੇ ਹੋ? ਕੁਐਸਚਨ ਤਾਂ ਇਹ ਆਉਂਦਾ, ਆਰਮੀ ਰੱਖਣੀ ਕਿਹਦੇ ਲਈ? ਅੰਗਰੇਜ਼ਾਂ ਨੇ ਸਾਡੇ ਲਈ ਰੱਖਣੀ ਹੈ, ਤੇ ਸਾਨੂੰ ਹੀ ਆਰਮੀ ਸਾਡੇ ਹੀ ਪੈਸੇ ਤੇ ਸਾਡੇ ਉੱਤੇ ਯੂਜ਼ ਕਰਨੀ ਹੈ, ਤਾਂ ਤੁਸੀਂ ਇਹਦਾ ਖਰਚਾ ਘਟਾਓ। ਜਾਂ ਤੁਸੀਂ ਸਾਡੀ ਆਰਮੀ ਲੈ ਕੇ ਸਾਡੇ ਹੀ ਪੈਸੇ ਨਾਲ ਸਾਡੀ ਆਰਮੀ ਰੱਖ ਕੇ ਤੁਸੀਂ ਬਾਹਰ ਲੜਨ ਜਾ ਰਹੇ ਹੋ ਆਪਣੇ ਵਾਸਤੇ। ਕਿਉਂ? ਸਾਨੂੰ ਤਾਂ ਆਰਮੀ ਦੀ ਜ਼ਰੂਰਤ ਨਹੀਂ, ਸੱਚ ਤਾਂ ਗੁਲਾਮ ਹੋਏ ਪਏ। ਤਾਂ ਜਿਹੜੀ ਸੀਗੀ ਇਹ ਵੀ ਡਿਮਾਂਡ ਸੀ ਮੋਡਰੇਟਸ ਦੀ ਕਿ ਆਰਮੀ ਦੇ ਉੱਪਰ ਐਕਸਪੈਂਡੀਚਰ ਜਿਹੜਾ ਹੈ ਉਹ ਡਿਕਰੀਜ਼ ਕੀਤਾ ਜਾਏ। ਜਿਹੜਾ ਪੈਸਾ ਤੁਸੀਂ ਆਰਮੀ ਦੇ ਉੱਪਰ ਲਾ ਰਹੇ ਹੋ ਉਹੀ ਲੋਕਾਂ ਦੀ ਭਲਾਈ ਤੇ ਲਾਓ। ਠੀਕ ਹੈ ਜੀ, ਉਹੀ ਉਹਨਾਂ ਦੀ ਹੈਲਥ ਤੇ ਲਾਓ, ਉਹਨਾਂ ਦੀ ਐਜੂਕੇਸ਼ਨ ਤੇ ਲਾਓ, ਲੋਕਾਂ ਨੂੰ ਪੜਾਓ। ਕਲੀਅਰ ਹੈ ਜੀ? ਇਹ ਸੀਗੀਆਂ ਕੁਝ ਡਿਮਾਂਡਸ ਕਿਹਨਾਂ ਦੀਆਂ? ਮੋਡਰੇਟਸ ਦੀਆਂ। ਹੁਣ ਡਿਮਾਂਡਸ ਤਾਂ ਸੀਗੀਆਂ, ਪਰ ਮੋਡਰੇਟਸ ਨੂੰ ਅਚੀਵਮੈਂਟਸ ਕਿਉਂ ਆ? ਅਚੀਵਮੈਂਟਸ ਹੋਣਗੀਆਂ, ਬਿਲਕੁਲ ਹੋਣਗੀਆਂ, ਪਰ ਜੇ ਆਪਾਂ ਗੱਲ ਕਰੀਏ ਕਿ ਕਿੰਨੀਆਂ, ਬਹੁਤ ਜ਼ਿਆਦਾ ਅਚੀਵਮੈਂਟ ਮਿਲ ਜਾਣਗੀਆਂ ਮੋਡਰੇਟਸ ਨੂੰ? ਨਹੀਂ, ਮੋਡਰੇਟਸ ਨੂੰ ਬਹੁਤ ਜ਼ਿਆਦਾ ਅਚੀਵਮੈਂਟਸ ਮਿਲਣਗੀਆਂ, ਬਹੁਤ ਥੋੜੀਆਂ ਜਿਹੀਆਂ ਮਿਲਣਗੀਆਂ। ਜੇ ਤੁਸੀਂ ਗੱਲ ਕਰੀਏ ਮੋਡਰੇਟਸ 100 ਮੰਗਾਂ ਕਰ ਰਹੇ ਨੇ ਨਾ ਬ੍ਰਿਟਿਸ਼ਰ ਅੱਗੇ, ਤਾਂ ਬ੍ਰਿਟਿਸ਼ਰ ਜਿਹੜੇ ਨੇ ਉਹਨਾਂ ਚੋਂ 1 ਜਾਂ 2 ਮੰਗ ਪੂਰੀ ਕਰ ਦੇਣਗੇ। ਇਹ ਨਹੀਂ ਹੈਗਾ ਕਿ 100 ਮੰਗਾਂ ਦਿੱਤੀਆਂ ਤੁਸੀਂ ਅੰਗਰੇਜ਼ਾਂ ਨੂੰ ਤਾਂ ਅੰਗਰੇਜ਼ਾਂ ਨੇ 100 ਦੀ 100 ਹੀ ਮੰਨ ਲਈਆਂ, ਨਹੀਂ। ਠੀਕ ਹੈ ਜੀ, ਇੱਥੇ ਦੇਖੋ ਅਚੀਵਮੈਂਟਸ ਜਿਹੜੀਆਂ ਨੇ ਬਿਲਕੁਲ ਛੋਟੀ ਜਿਹੀ ਅਚੀਵਮੈਂਟਸ ਹੈ, ਪਰ ਉਹ ਅਚੀਵਮੈਂਟਸ ਜਿਹੜੀਆਂ ਇੰਪੋਰਟੈਂਟ ਨੇ। ਇਹ ਨਹੀਂ ਆਪਾਂ ਕਹਿਣਾ ਕਿ ਕਦੇ ਵੀ ਕਿ ਮੋਡਰੇਟਸ ਨੇ ਤਾਂ ਕੁਝ ਕੀਤਾ ਹੀ ਨਹੀਂ। ਮੋਡਰੇਟਸ ਜੋ ਚੀਜ਼ ਕਰ ਦੇਣਗੇ ਉਹ ਜਿਹੜੀ ਹੈ ਬੇਸ ਬਣਾਏਗੀ ਅੱਗੇ ਵਾਸਤੇ। ਠੀਕ ਹੈ ਜੀ, ਚਲੋ ਜੀ, ਸਭ ਤੋਂ ਪਹਿਲਾਂ ਦੇਖਾਂਗੇ ਜੀ ਮੋਡਰੇਟਸ ਦੀ ਅਚੀਵਮੈਂਟਸ। ਉਹਨਾਂ ਨੇ ਕੀ ਕੀਤਾ? ਲੋਕਾਂ ਦੇ ਵਿੱਚ ਨੈਸ਼ਨਲ ਅਵੇਕਨਿੰਗ ਆਈ, ਲੋਕਾਂ ਨੂੰ ਜਾਗਰੂਕ ਕੀਤਾ। ਸਭ ਤੋਂ ਪਹਿਲਾਂ ਤਾਂ ਅਵੇਅਰ ਕੀਤਾ ਉਹਨਾਂ ਨੇ, ਲੋਕੀ ਅਵੇਅਰ ਹੋਣਗੇ। ਹੁਣ ਲੋਕਾਂ ਨੂੰ ਅਵੇਅਰ ਕਿਵੇਂ ਕਰਨਗੇ ਮੋਡਰੇਟਸ? ਲੋਕਾਂ ਨੂੰ ਅਵੇਅਰ ਕਰਨਗੇ, ਦੇਖੋ ਜੀ ਪਿੱਛੇ ਆ ਜਾਓ, ਜਿਵੇਂ ਦਾਦਾ ਭਾਈ ਨਰੋਜੀ ਬੁੱਕ ਲਿਖ ਦੇਣਗੇ, ਬ੍ਰਿਟਿਸ਼ ਐਂਡ ਪਾਵਰਟੀ ਐਂਡ ਬ੍ਰਿਟਿਸ਼ ਰੂਲ ਆਫ ਇੰਡੀਆ, ਜਿਹਦੇ ਵਿੱਚ ਉਹ ਥਿਊਰੀ ਲੈ ਕੇ ਆਣਗੇ, ਡਰੇਨ ਆਫ ਵੈਲਥ ਦੀ ਥਿਊਰੀ। ਉਹ ਲੋਕਾਂ ਨੂੰ ਦੱਸਣਗੇ ਕਿ ਕਿੰਨਾ ਪੈਸਾ ਇੰਡੀਆ ਤੋਂ ਲੁੱਟ ਕੇ ਲੈ ਗਏ। ਕਲੀਅਰ? ਜਿਵੇਂ ਆਪਾਂ ਗੱਲ ਕਰਾਂਗੇ ਬਾਕੀਆਂ ਦੀ, ਇਹ ਸਾਰੇ ਕੀ ਕਰਨਗੇ? ਆਪਣੀ ਆਪਣੀ ਲੋਕਲ ਲੈਂਗੁਏਜ ਦੇ ਵਿੱਚ, ਅਖਬਾਰਾਂ ਦੇ ਵਿੱਚ, ਨੋਵਲਸ ਦੇ ਵਿੱਚ ਲਿਖ ਕੇ ਲੋਕਾਂ ਨੂੰ ਸਮਝਾਣਗੇ ਕਿ ਤੁਹਾਨੂੰ ਕਿਵੇਂ ਲੁੱਟਿਆ ਜਾ ਰਿਹਾ। ਕਲੀਅਰ? ਚਲੋ ਜੀ, ਨੈਕਸਟ ਨੈਸ਼ਨਲ ਅਵੇਕਨਿੰਗ ਹੋਗੀ। ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਐਕਸਪੋਜ਼ ਕਰ ਰਹੇ ਨੇ ਬ੍ਰਿਟਿਸ਼ਰਸ ਦਾ ਐਕਸਪਲੋਇਟਿਵ ਕਰੈਕਟਰ। ਬਿਲਕੁਲ ਪਤਾ ਚੱਲੇਗਾ ਲੋਕਾਂ ਨੂੰ ਕਿ ਉਹਨਾਂ ਨਾਲ ਹੁਸ਼ਿਆਰ ਕੀ ਰਿਹਾ, ਕਿਵੇਂ ਤੁਸੀਂ ਵੱਧ ਤੋਂ ਵੱਧ ਟੈਕਸ ਦੇ ਰਹੇ ਹੋ, ਕਿਵੇਂ ਤੁਹਾਡੇ ਤੋਂ ਟੈਕਸ ਲਿਆ ਜਾ ਰਿਹਾ। ਜੇ ਤੁਸੀਂ ਸਮਾਨ ਬਾਹਰ ਭੇਜਣਾ ਉੱਤੇ ਵੱਧ ਟੈਕਸ ਲੱਗ ਰਿਹਾ, ਬਾਹਰੋਂ ਸਮਾਨ ਆ ਰਿਹਾ ਉਹ ਸਸਤਾ ਕਿਵੇਂ ਹੋ ਰਿਹਾ? ਕਿਉਂ ਤੁਹਾਡੀ ਇੰਡਸਟਰੀ ਜਿਹੜੀ ਹੈ ਇੰਡੀਆ ਦੀ ਉਹ ਚੱਲ ਨਹੀਂ ਰਹੀ? ਇੰਡੀਆ ਨੇ ਗਰੀਬ ਕਿਉਂ ਹੋ ਗਿਆ ਅੰਗਰੇਜ਼ਾਂ ਦੇ ਆਉਣ ਤੇ? ਇਹ ਸਾਰਾ ਕੁਝ ਕੌਣ ਸਮਝਾਣਗੇ ਲੋਕਾਂ ਨੂੰ? ਇਹ ਜਿਹੜਾ ਸਾਰਾ ਕੁਝ ਸਮਝਾਣਗੇ ਮੋਡਰੇਟ ਹੀ ਸਮਝਾਣਗੇ। ਜੇ ਇਹ ਮੋਡਰੇਟ ਨਾ ਸਮਝਾਣ ਤਾਂ ਅਜੇ ਵੀ ਆਪਣੇ ਨੀਚੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਉਹਨਾਂ ਨਾਲ ਚੱਲ ਕੀ ਰਿਹਾ। ਉਹਨਾਂ ਨੂੰ ਤਾਂ ਇਹੀ ਲੱਗੇਗਾ ਕਿ ਜ਼ਮੀਂਦਾਰ ਨੇ ਹੀ ਸਾਰਾ ਕੁਝ ਕੀਤਾ ਹੋਇਆ, ਇਹ ਜਿਹੜਾ ਉਹਨਾਂ ਤੋਂ ਉੱਪਰ ਬੈਠਾ ਉਹ ਨਹੀਂ ਕਰ ਰਿਹਾ। ਉਹਨਾਂ ਨੂੰ ਪਤਾ ਕਿ ਅੰਗਰੇਜ਼ਾਂ ਦੀ ਪਾਲਿਸੀ ਚੱਲ ਰਹੀ ਹੈ, ਉਹ ਪਾਲਿਸੀ ਦੇ ਹਿਸਾਬ ਨਾਲ ਹੀ ਤੁਹਾਨੂੰ ਲੁੱਟ ਰਹੇ ਨੇ। ਠੀਕ ਹੈ ਜੀ, ਚਲੋ ਜੀ। ਉਸ ਤੋਂ ਬਾਅਦ ਜੇ ਗੱਲ ਕਰੀਏ ਮੋਡਰੇਟਸ ਸਕਸੈਸਫੁਲ ਕਿਵੇਂ ਸੀ ਅਚੀਵਮੈਂਟ, ਤਾਂ ਆਪਾਂ ਦੇਖਾਂਗੇ ਮੋਡਰੇਟਸ ਦੀ ਵਜ੍ਹਾ ਤੋਂ ਹੀ ਆਪਾਂ ਦੇਖਾਂਗੇ ਕਿ ਐਕਟ ਪਾਸ ਹੋਏਗਾ, ਇੰਡੀਅਨ ਕਾਉਂਸਿਲ ਐਕਟ ਆਫ 1892। ਠੀਕ ਹੈ ਜੀ, ਇਹ ਐਕਟ ਸਾਰੇ ਆਪਾਂ 1857 ਤੋਂ ਬਾਅਦ ਵਾਲੇ ਜਿਹੜੇ ਐਕਟ ਨੇ ਉਹ ਅਲੱਗ ਤੋਂ ਇੱਕ ਵੀਡੀਓ ਦੇ ਵਿੱਚ ਕਵਰ ਕਰਾਂਗੇ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਕਿ ਆਰਮੀ ਤੇ ਐਕਸਪੈਂਡੀਚਰ ਘਟਾਉਣਾ ਹੈ, ਤਾਂ ਆਰਮੀ ਤੇ ਐਕਸਪੈਂਡੀਚਰ ਘਟਾਉਣ ਲਈ ਅੰਗਰੇਜ਼ਾਂ ਨੂੰ ਫੋਰਸ ਕੀਤਾ, ਇੱਕ ਕਮਿਸ਼ਨ ਲੈ ਕੇ ਆਓ। ਤਾਂ ਵੈਲਬੀ ਕਮਿਸ਼ਨ ਜਿਹੜਾ ਸੀਗਾ ਕਿਉਂ ਬਿਠਾਇਆ ਗਿਆ ਸੀ? ਤਾਂ ਕਿ ਚੈੱਕ ਕੀਤਾ ਜਾਏ ਕਿ ਜਿਹੜਾ ਆਰਮੀ ਦੇ ਉੱਪਰ ਖਰਚਾ ਹੈ ਉਹਨੂੰ ਘਟਾਇਆ ਜਾ ਸਕਦਾ ਹੈ। ਤਾਂ ਮੋਡਰੇਟਸ ਲਈ ਬਹੁਤ ਵੱਡੀ ਜਿੱਤ ਸੀ। ਉਹਨਾਂ ਨੇ ਕਿਹਾ ਸੀ ਆਰਮੀ ਤੇ ਖਰਚਾ ਘੱਟ ਕਰੋ ਤਾਂ ਹੀ ਉਹ ਪੈਸਾ ਜਿਹੜਾ ਹੈਲਥ ਤੇ ਐਜੂਕੇਸ਼ਨ ਤੇ ਲੱਗੇਗਾ। ਤਾਂ ਉਹਦੇ ਲਈ ਅੰਗਰੇਜ਼ਾਂ ਨੇ ਇੱਕ ਕਮਿਸ਼ਨ ਵੀ ਬਿਠਾਤਾ ਜਿਹਦਾ ਨਾਮ ਹੈ ਵੈਲਬੀ ਕਮਿਸ਼ਨ। ਐਜ਼ ਇਟ ਇਜ਼ ਹੀ ਪੇਪਰ 'ਚ ਪੁੱਛ ਲਿੱਤਾ ਜਾਂਦਾ ਕਿ ਵੈਲਬੀ ਕਮਿਸ਼ਨ ਜਿਹੜਾ ਹੈ ਕਿਸ ਨਾਲ ਰਿਲੇਟਡ ਹੈ। ਤਾਂ ਯਾਦ ਰੱਖਿਓ ਵੈਲਬੀ ਕਮਿਸ਼ਨ ਰਿਡਕਸ਼ਨ ਆਫ ਐਕਸਪੈਂਡੀਚਰ ਆਫ ਆਰਮੀ। ਠੀਕ ਹੈ ਜੀ, ਆਰਮੀ ਦੇ ਉੱਪਰ ਜਿਹੜੇ ਖਰਚੇ ਹੋਏ ਨੇ ਉਹਨਾਂ ਨੂੰ ਘਟਾਉਣ ਲਈ ਲਿਆਇਆ ਗਿਆ ਸੀ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ। ਅਚੀਵਮੈਂਟਸ ਹੋ ਗਏ, ਚਾਹੇ ਥੋੜੇ ਹੋਏ, ਪਰ ਥੋੜੇ ਅਚੀਵਮੈਂਟਸ ਕਿਉਂ ਹੋਏ? ਕਿਹੜੀ ਚੀਜ਼ਾਂ ਸੀਗੀਆਂ ਜਿਹੜੀਆਂ ਮੋਡਰੇਟਸ ਨੂੰ ਰੋਕ ਰਹੀਆਂ ਸੀ? ਜ਼ਿਆਦਾ ਅਚੀਵ ਕਿਉਂ ਨਹੀਂ ਕਰ ਪਾਏ ਉਹ? ਜੇ ਆਪਾਂ ਗੱਲ ਕਰੀਏ ਅਚੀਵਮੈਂਟਸ ਤਾਂ ਐਵੇਂ ਸੀ ਜਿਵੇਂ ਊਂਟ ਦੇ ਮੂੰਹ ਵਿੱਚ ਜੀਰਾ। ਲੋਕੀ ਜ਼ਿਆਦਾ ਕੁਝ ਸੋਚ ਰਹੇ ਸੀ ਹੋਏਗਾ, ਉਹ ਬਹੁਤ ਘਟ ਰਿਹਾ ਸੀ। ਕਿਉਂ ਹੋ ਰਿਹਾ ਸੀ ਘੱਟ? ਕੀ ਚੀਜ਼ਾਂ ਸੀ ਜਿਹੜੀਆਂ ਮੋਡਰੇਟਸ ਨੂੰ ਰੋਕ ਰਹੀਆਂ ਸੀ? ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਗੱਲ ਕਰਾਂਗੇ ਮੋਡਰੇਟਸ ਦਾ ਤਰੀਕਾ। ਮੋਡਰੇਟਸ ਅੰਗਰੇਜ਼ਾਂ ਤੋਂ ਡਿਮਾਂਡ ਕਿਵੇਂ ਕਰਦੇ ਸੀ? ਮੋਡਰੇਟਸ ਕਰਦੇ ਸੀ ਪ੍ਰੇਅਰ, ਮੋਡਰੇਟਸ ਕਰਦੇ ਸੀ ਪਟੀਸ਼ਨ, ਮੋਡਰੇਟ ਕਰਦੇ ਸੀ ਪ੍ਰੋਟੈਸਟ। ਮੋਡਰੇਟ ਕਿਤੇ ਵੀ ਕੋਈ ਮੂਵਮੈਂਟ ਨਹੀਂ ਲੈ ਕੇ ਆ ਰਹੇ।
ਉਹ ਅੰਗਰੇਜ਼ਾਂ ਕੋਲ ਜਾਣਗੇ, ਸਰ ਐਵੇਂ ਨਾ ਕਰੋ, ਆ ਲਓ ਜੀ ਪਟੀਸ਼ਨ ਮੇਰੇ ਲਈ, ਆ ਕਾਗਜ਼ ਤੇ ਮੈਂ ਲਿਖ ਕੇ ਦੇ ਰਿਹਾ, ਸਰ ਐਵੇਂ ਨਾ ਕਰੋ, ਅਸੀਂ ਪ੍ਰੋਟੈਸਟ ਕਰਾਂਗੇ। ਪ੍ਰੋਟੈਸਟ ਕਿਵੇਂ ਕਰਾਂਗੇ? ਪੀਸਫੁਲ ਪ੍ਰੋਟੈਸਟ ਕਰਾਂਗੇ, ਕੋਈ ਅਸੀਂ ਮੂਵਮੈਂਟ ਨਹੀਂ ਲੈ ਕੇ ਆ ਰਹੇ, ਕੋਈ ਅਸੀਂ ਲੋਕਾਂ ਨੂੰ ਲੈ ਕੇ ਹਜੂਮ ਲੈ ਕੇ ਵੱਡੀ ਮੂਵਮੈਂਟ ਨਹੀਂ ਕਰਾਂਗੇ, ਅਸੀਂ ਸਿੰਪਲ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਤੁਹਾਨੂੰ ਪ੍ਰੇ ਕਰ ਰਹੇ ਹਾਂ ਕਿ ਸਰ ਐਵੇਂ ਨਾ ਕਰੋ। ਮਤਲਬ ਕਿ ਬਹੁਤ ਹੀ ਸਾਊ ਤਰੀਕੇ ਨਾਲ, ਸ਼ਰੀਫ ਤਰੀਕੇ ਨਾਲ ਅੰਗਰੇਜ਼ਾਂ ਨੂੰ ਕਿਹਾ ਜਾ ਰਿਹਾ। ਤੇ ਅੰਗਰੇਜ਼ਾਂ ਨੂੰ ਕੀ ਕਰਨਾ, ਉਹਨਾਂ ਨੇ ਉਹ 100 ਡਿਮਾਂਡ ਆ ਗਈਆਂ, 100 ਦੇ ਵਿੱਚੋਂ 2 ਪੂਰੀਆਂ ਕੀਤੀਆਂ ਤੇ ਮੋਡਰੇਟ ਖੁਸ਼ ਕਿ ਸਾਡੀ ਡਿਮਾਂਡ ਪੂਰੀ ਹੋ ਗਈ। ਕਲੀਅਰ। ਉਸ ਤੋਂ ਬਾਅਦ ਲਿਮਿਟੇਸ਼ਨਸ ਦੀ ਗੱਲ ਕਰਾਂਗੇ, ਕਿਉਂ ਮੋਡਰੇਟਸ ਨੂੰ ਕੋਈ ਵੱਡੀ ਅਚੀਵਮੈਂਟ ਨਹੀਂ ਮਿਲ ਪਾਈ। ਤਾਂ ਅੰਗਰੇਜ਼ਾਂ ਨੂੰ ਵੀ ਪਤਾ ਸੀ, ਅੰਗਰੇਜ਼ਾਂ ਨੂੰ ਕੀ ਪਤਾ ਸੀ ਕਿ ਮੋਡਰੇਟਸ ਦਾ ਕੀ ਹੈ, ਸੋਸ਼ਲ ਬੇਸ ਜਿਹੜਾ ਹੈ ਨੈਰੋ ਹੈ। ਨੈਰੋ ਕਿਉਂ ਹੈ? ਮਤਲਬ ਕਿ ਮੋਡਰੇਟਸ ਹੈ ਕੌਣ ਸੀ? ਮੋਡਰੇਟਸ ਦਾ ਕਾਂਗਰਸ ਵਿੱਚ ਆਪਾਂ ਦੇਖੇ ਸੀ ਅਪਰ ਸੋਸਾਇਟੀ ਦੇ ਕੁਝ ਲੋਕ ਜਿਹੜੇ ਨੇ ਕਾਂਗਰਸ ਨੂੰ ਜੁਆਇਨ ਕਰ ਗਏ। ਠੀਕ ਹੈ ਜੀ, ਜ਼ਮੀਂਦਾਰ ਹੋਣਗੇ, ਜਿਹੜੇ ਲਾਇਰਸ ਹੋਣਗੇ, ਅਪਰ ਸੋਸਾਇਟੀ ਦੇ ਜਿਨ੍ਹਾਂ ਕੋਲ ਐਜੂਕੇਸ਼ਨ ਦਾ ਅਸੈਸ ਸੀਗਾ, ਜਿਹੜੇ ਪੜ੍ਹੇ ਲਿਖੇ ਸੀ। ਤਾਂ ਜਿਹੜੇ ਪੜ੍ਹੇ ਲਿਖੇ ਲੋਕ ਸੀ, ਇਹਨਾਂ ਦਾ ਕਿਤੇ ਨਾ ਕਿਤੇ ਲਿੰਕ ਹੀ ਨਹੀਂ ਸੀਗਾ ਨੀਚੇ ਵਾਲੇ ਲੋਕਾਂ ਨਾਲ। ਠੀਕ ਹੈ ਜੀ, ਜਦੋਂ ਲਿੰਕ ਹੀ ਨਹੀਂ ਸੀ ਤਾਂ ਇਹ ਜੋ ਮਰਜ਼ੀ ਕਹਿ ਦੇਣ, ਇਹ ਕਾਲ ਕਰ ਦੇਣ ਲੋਕਾਂ ਨੂੰ ਕਿ ਆ ਜਾਓ ਜੀ ਮੂਵਮੈਂਟ ਸ਼ੁਰੂ ਕਰਨੀ ਹੈ, ਕੋਈ ਨਹੀਂ ਆ ਰਿਹਾ ਇਹਨਾਂ ਦੇ ਪਿੱਛੇ, ਕਿਉਂਕਿ ਇਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ। ਆਪਾਂ ਪਿੱਛੇ ਦੇਖਿਆ ਲਿਮਿਟੇਸ਼ਨ ਇਹਨਾਂ ਦੀ ਡਿਮਾਂਡਸ ਦੇ ਵਿੱਚ, ਤਾਂ ਇੱਥੇ ਡਿਮਾਂਡਸ ਦੇ ਵਿੱਚ ਕਿਤੇ ਪੁੱਛਿਆ ਗਿਆ ਕਿ ਟੈਕਸ ਕੱਟ ਕਰ ਦਿਓ ਜੀ, ਜਾਂ ਇਹਨਾਂ ਦੀ ਡਿਮਾਂਡਸ ਕਿਤੇ ਆਪਾਂ ਦੇਖਿਆ ਕਿ ਇਹ ਕਹਿ ਰਹੇ ਕਿ ਸਰ ਇਹ ਬਹੁਤ ਜ਼ਿਆਦਾ ਤੁਸੀਂ ਨੀਚੇ ਲੁੱਟ ਰਹੇ ਹੋ, ਵੀ ਨਹੀਂ, ਇਹ ਇਹਨਾਂ ਦੀ ਚੀਜ਼ਾਂ ਨਹੀਂ ਕਰ ਪਾਏ। ਕਿਉਂ? ਕਿਉਂਕਿ ਇਹਨਾਂ ਦਾ ਲਿੰਕ ਹੀ ਨਹੀਂ ਸੀ, ਇਹਨਾਂ ਨੂੰ ਪਤਾ ਹੀ ਨਹੀਂ ਕਿ ਆਮ ਇਨਸਾਨ, ਇੱਕ ਕਿਸਾਨ ਦੀ ਕੀ ਮਜਬੂਰੀਆਂ ਚੱਲ ਰਹੀਆਂ ਥੱਲੇ। ਕਲੀਅਰ। ਤਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਨੈਰੋ ਬੇਸ ਸੀਗਾ ਮੋਡਰੇਟਸ ਦਾ, ਉਹ ਕਾਫੀ ਜ਼ਿਆਦਾ ਕੀ ਸੀ, ਸਲੋ ਸੀਗਾ, ਵੀਕ ਸੀਗਾ, ਨੈਰੋ ਸੀ। ਠੀਕ ਹੈ ਜੀ, ਤੇ ਨੈਰੋ ਬੇਸ ਹੋਣ ਤੋਂ ਨਾਲ ਆਪਾਂ ਦੇਖ ਰਹੇ ਹਾਂ ਕਾਂਗਰਸ ਦੇ ਵਿੱਚ ਕੀ ਹੈ, ਮਾਸ ਪਾਰਟਿਸਿਪੇਸ਼ਨ ਹੋਏਗੀ ਨਹੀਂ, ਆਮ ਲੋਕ ਜੁੜਨਗੇ ਨਹੀਂ। ਜਦੋਂ ਆਮ ਲੋਕ ਨਹੀਂ ਜੁੜਨਗੇ ਤਾਂ ਮਾਸ ਪਾਰਟਿਸਿਪੇਸ਼ਨ ਹੋਏਗੀ ਹੀ ਨਹੀਂ। ਜਦੋਂ ਇਹ ਸਾਰੀ ਚੀਜ਼ਾਂ ਕਿਹਨਾਂ ਨੂੰ ਪਤਾ ਹੈ, ਬ੍ਰਿਟਿਸ਼ਰ ਨੂੰ ਪਤਾ ਹੈ, ਤਾਂ ਆਪਾਂ ਦੇਖਾਂਗੇ ਕਿ ਉਹ ਜ਼ਿਆਦਾ ਕੁਝ ਅਚੀਵ ਆਪਾਂ ਨੂੰ ਮੋਡਰੇਟਸ ਨੂੰ ਕਰਨ ਨਹੀਂ ਦੇਣਗੇ। ਠੀਕ ਹੈ ਜੀ, ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ। ਨੈਕਸਟ ਆਪਾਂ ਦੇਖਾਂਗੇ ਐਕਸਟ੍ਰੀਮਿਸਟ ਆਰਗੂਮੈਂਟ। ਹੁਣ ਜੇ ਆਪਾਂ ਗੱਲ ਕਰੀਏ 1885 ਜਦੋਂ ਕਾਂਗਰਸ ਬਣੀ ਤੋਂ ਲੈ ਕੇ 1905, ਇਹ ਫੇਜ਼ ਨੂੰ ਆਪਾਂ ਕਹਿ ਦਿੰਦੇ ਕੀ ਹੈ, ਇਹਨੂੰ ਕਹਿ ਦਿੰਦੇ ਮੋਡਰੇਟ ਫੇਜ਼ ਹੈ। ਪਰ ਉਸ ਤੋਂ ਬਾਅਦ ਆਪਣਾ ਆਏਗਾ ਐਕਸਟ੍ਰੀਮਿਸਟ ਫੇਜ਼। ਹੁਣ ਦੇਖੋ ਜੀ 1885 ਤੋਂ ਲੈ ਕੇ 1905 ਤੱਕ ਆਲਮੋਸਟ ਤੁਸੀਂ ਕਹ ਲਓ ਕਿ 20 ਸਾਲ ਹੋ ਗਏ। 20 ਸਾਲਾਂ ਦੇ ਵਿੱਚ ਕੁਝ ਨਹੀਂ ਮਿਲ ਰਿਹਾ, ਮਤਲਬ ਕਿ ਮੰਗ ਤੁਸੀਂ ਜ਼ਿਆਦਾ ਰਹੇ ਹੋ, ਅੰਗਰੇਜ਼ ਦੇ ਨਹੀਂ ਰਹੇ। ਹੋਏਗਾ ਕਿ ਤੁਸੀਂ ਹੋਰ 20 ਸਾਲ ਵੇਟ ਕਰੋਗੇ, ਜਾਂ ਕੁਝ ਲੋਕ ਇੱਥੇ ਰਿਐਕਸ਼ਨ ਆਏਗੀ ਨਾ ਦੇਖਣ ਨੂੰ ਮਿਲੇਗੀ, ਬਿਲਕੁਲ ਰਿਐਕਸ਼ਨ ਦੇਖਣ ਨੂੰ ਮਿਲੇਗੀ। 20 ਸਾਲ ਹੋ ਗਏ ਜੀ, ਕੁਝ ਨਹੀਂ ਹੋਇਆ, ਕੀ ਕਰੀਏ? ਤਾਂ ਕੁਝ ਲੋਕ ਕਹਿਣਗੇ ਕਿ ਨਹੀਂ ਦੇਖੋ ਜੀ ਸਾਨੂੰ ਚੇਂਜ ਕਰਨਾ ਪੈਣਾ, ਕੁਝ ਕਹਿਣਗੇ ਕਿ ਹਥਿਆਰ ਚੱਕ ਲਓ, ਕੁਝ ਕਹਿਣਗੇ ਕਿ ਨਹੀਂ ਸਾਨੂੰ ਆਪਣਾ ਤਰੀਕਾ ਬਦਲਣਾ ਪੈਣਾ ਹੈ। ਆ ਜਿਹੜਾ ਤੁਸੀਂ ਪਟੀਸ਼ਨ ਕਰ ਰਹੇ ਹੋ, ਪ੍ਰੇਅਰ ਕਰ ਰਹੇ ਹੋ, ਇਹ ਬੰਦ ਕਰੋ, ਸਾਨੂੰ ਇੱਕ ਮੂਵਮੈਂਟ ਲੈ ਕੇ ਆਣੀ ਹੈ। ਠੀਕ ਹੈ ਜੀ, ਇੱਥੇ ਆਪਾਂ ਦੇਖਾਂਗੇ ਕਿ ਇੱਕ ਨਵੀਂ ਆਈਡੀਓਲੋਜੀ ਆ ਰਹੀ ਹੈ, ਇੱਕ ਨਵੀਂ ਵਿਚਾਰਧਾਰਾ ਆ ਰਹੀ ਹੈ, ਜਿਹਨੂੰ ਆਪਾਂ ਕੀ ਕਹਾਂਗੇ, ਐਕਸਟ੍ਰੀਮਿਸਟ। ਠੀਕ ਹੈ ਜੀ, ਨਾਮ ਯਾਦ ਰੱਖਿਓ। ਐਕਸਟ੍ਰੀਮਿਸਟ ਦੇ ਵਿੱਚ ਕਿਹਨਾਂ ਨੂੰ ਆਪਾਂ ਯਾਦ ਕਰਨਾ ਹੈ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਤੇ ਬਿਪਿਨ ਚੰਦਰ ਪਾਲ, ਜਿਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ, ਲਾਲ ਬਾਲ ਪਾਲ ਵੀ ਕਹਿ ਦਿੰਦੇ। ਠੀਕ ਹੈ ਜੀ, ਲਾਲਾ ਲਾਜਪਤ ਇੱਥੇ ਰਾਏ ਆਏਗਾ। ਠੀਕ ਹੈ ਜੀ, ਰਾਏ। ਚਲੋ ਜੀ ਨੈਕਸਟ ਆਪਾਂ ਦੇਖਦੇ ਹਾਂ ਜੀ ਐਕਸਟ੍ਰੀਮਿਸਟ। ਹੁਣ ਇੱਥੇ ਕਨਫਿਊਜ਼ਨ ਹੋ ਜਾਂਦੀ ਹੈ ਬੱਚਿਆਂ ਨੂੰ, ਐਕਸਟ੍ਰੀਮਿਸਟ ਤੇ ਰੈਵੋਲੂਸ਼ਨਰੀਜ਼। ਦੇਖੋ ਜੀ ਧਿਆਨ ਰੱਖਿਓ, ਐਕਸਟ੍ਰੀਮਿਸਟ ਅਲੱਗ ਚੀਜ਼ ਨੇ, ਰੈਵੋਲੂਸ਼ਨਰੀਜ਼ ਅਲੱਗ ਚੀਜ਼ ਨੇ। ਐਕਸਟ੍ਰੀਮਿਸਟ ਜਿਹੜੇ ਨੇ ਕਹਿ ਰਹੇ ਨੇ ਕਿ ਅਸੀਂ ਚੇਂਜ ਕਰਾਂਗੇ, ਕਾਂਗਰਸ ਦੀਆਂ ਅਸੀਂ ਹਥਿਆਰ ਨਹੀਂ ਅਜੇ ਚੱਕ ਰਹੇ, ਅਸੀਂ ਮਾਸ ਮੂਵਮੈਂਟ ਕਰਾਂਗੇ। ਰੈਵੋਲੂਸ਼ਨਰੀਜ਼ ਜਿਹੜੇ ਨੇ ਉਹ ਕੀ ਕਰਨਗੇ, ਰੈਵੋਲੂਸ਼ਨਰੀਜ਼ ਮਾਸ ਮੂਵਮੈਂਟ ਨਹੀਂ ਕਰਨਗੇ, ਉਹ ਕਹਿਣਗੇ ਕਿ ਹਥਿਆਰ ਹੀ ਚੱਕੋ। ਤੇ ਐਕਸਟ੍ਰੀਮਿਸਟ ਤੇ ਰੈਵੋਲੂਸ਼ਨਰੀ ਦੇ ਵਿੱਚ ਥੋੜਾ ਜਿਹਾ ਫਰਕ ਹੈ। ਇਹ ਨਹੀਂ ਹੈ ਕਿ ਦੋਨੋਂ ਹੀ ਅਲੱਗ-ਅਲੱਗ ਨੇ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਲਿੰਕ ਵੀ ਨੇ, ਪਰ ਆਪਾਂ ਉਹ ਡਿਸਕਸ ਨਹੀਂ ਕਰਦੇ। ਕਲੀਅਰ। ਆਪਾਂ ਯਾਦ ਕੀ ਰੱਖਣਾ, ਆਪਾਂ ਇਹ ਯਾਦ ਰੱਖਣਾ ਕਿ ਐਕਸਟ੍ਰੀਮਿਸਟ ਜਿਹੜੇ ਨੇ, ਰੈਵੋਲੂਸ਼ਨਰੀ ਤੇ ਐਕਸਟ੍ਰੀਮਿਸਟ ਡਿਫਰੈਂਸ ਹੈ। ਠੀਕ ਹੈ ਜੀ, ਜੇ ਗੱਲ ਕਰੀਏ ਐਕਸਟ੍ਰੀਮਿਸਟ ਦੀ ਤਾਂ ਦੇਖੋ ਜੀ ਐਕਸਟ੍ਰੀਮਿਸਟ ਜਿਹੜੇ ਨੇ ਮੋਡਰੇਟਸ ਦੀ ਆਈਡੀਓਲੋਜੀ ਨੂੰ ਕੀ ਕਰਨਗੇ, ਕ੍ਰਿਟਿਸਾਈਜ਼ ਕਰਨਗੇ। ਆਪਾਂ ਨੂੰ ਪਤਾ ਹੈ, ਉਹ ਕਹਿੰਦੇ ਸਰ 20 ਸਾਲ ਹੋ ਗਏ ਤੁਹਾਡੇ ਤੋਂ ਕੁਝ ਹੋਇਆ ਤਾਂ ਹੈ ਨਹੀਂ, ਹੁਣ ਕੀ ਕਰੀਏ, ਤੁਸੀਂ ਆ ਬੰਦ ਕਰੋ ਆਪਣੇ ਪੁਰਾਣੇ ਨਵੇਂ ਮੈਥਡ ਜਿਹੜੇ ਨੇ, ਪ੍ਰੋਟੈਸਟ ਵਾਲੇ, ਪ੍ਰੇਅਰ ਵਾਲੇ ਖਤਮ ਕਰੋ, ਨਵੇਂ ਮੈਥਡ ਲੈ ਕੇ ਆਉਂਦੇ ਆ। ਨਵੇਂ ਮੈਥਡ ਕਿਹੜੇ? ਤਾਂ ਇਹ ਕਹਿਣਗੇ ਕਿ ਦੇਖੋ ਜੀ ਜਦ ਤੱਕ ਤੁਸੀਂ ਆਮ ਲੋਕਾਂ ਨਾਲ ਜੁੜਦੇ ਨਹੀਂ, ਜਦੋਂ ਤੱਕ ਮਾਸ ਪਾਰਟਿਸਿਪੇਸ਼ਨ ਨਹੀਂ ਨਾ ਹੁੰਦੀ, ਉਦੋਂ ਤੱਕ ਤੁਹਾਨੂੰ ਬ੍ਰਿਟਿਸ਼ਰਸ ਨੇ ਕੁਝ ਨਹੀਂ ਦੇਣਾ। ਜਦੋਂ ਤੱਕ ਤੁਹਾਨੂੰ ਮਾਸ ਪਾਰਟਿਸਿਪੇਸ਼ਨ ਹੁੰਦੀ, ਤੁਹਾਡੇ ਪਿੱਛੇ ਲੋਕ ਨਹੀਂ ਨਾ ਖੜੇ ਹੋਣਗੇ ਹਜ਼ਾਰਾਂ ਦੀ ਗਿਣਤੀ 'ਚ, ਉਦੋਂ ਤੱਕ ਅੰਗਰੇਜ਼ਾਂ ਤੇ ਪ੍ਰੈਸ਼ਰ ਨਹੀਂ ਪੈਣਾ। ਤਾਂ ਇੱਥੇ ਆਪਾਂ ਦੇਖਾਂਗੇ ਕਿ ਐਕਸਟ੍ਰੀਮਿਸਟ ਕਹਿਣਗੇ ਕਿ ਦੇਖੋ ਜੀ ਆਪਾਂ ਸਭ ਤੋਂ ਪਹਿਲਾ ਗੋਲ ਇਹ ਹੋਣਾ ਚਾਹੀਦਾ ਹੈ ਕਿ ਆਪਾਂ ਕੀ ਕਰਨਾ ਹੈ, ਸਵਰਾਜ ਨੂੰ ਅਡਾਪਟ ਕਰਨਾ ਹੈ। ਆਪਾਂ ਕੀ ਕਰਨਾ ਹੈ, ਸਵਰਾਜ। ਸਵਰਾਜ ਦਾ ਮਤਲਬ ਸਾਡਾ ਹੀ ਰਾਜ, ਗੋਰਿਆਂ ਦਾ ਰਾਜ ਨਹੀਂ, ਸਾਡਾ ਰਾਜ। ਠੀਕ ਹੈ ਜੀ, ਚਲੋ ਜੀ ਉਸ ਤੋਂ ਬਾਅਦ ਦੇਖਦੇ ਹਾਂ ਜੀ ਆਪਾਂ ਨੈਕਸਟ ਰੀਜ਼ਨਸ ਆਫ ਡਿਫਰੈਂਸ। ਹੁਣ ਇਹ ਜੇ ਗੱਲ ਕਰਾਂਗੇ ਆਪਾਂ ਐਕਸਟ੍ਰੀਮਿਸਟ ਤੇ ਮੋਡਰੇਟਸ ਦੇ ਵਿੱਚ ਡਿਫਰੈਂਸ ਆਣੇ ਸ਼ੁਰੂ ਕਦੋਂ ਹੋਣਗੇ? ਕਿਤੇ ਨਾ ਕਿਤੇ ਤਾਂ ਗੁੱਸਾ ਜਿਹੜਾ ਹੈ ਦੋਨੋਂ ਪਾਸੇ ਸ਼ੁਰੂ ਹੋਣਾਗਾ ਨਾ, ਕਿ ਮੋਡਰੇਟ ਸੋਚਣਗੇ ਕਿ ਇਹ ਮਾਸ ਪਾਰਟਿਸਿਪੇਸ਼ਨ ਦੀ ਗੱਲ ਕਰ ਰਹੇ ਨੇ, ਮਤਲਬ ਕਿ ਇਹ ਤਾਂ ਮੂਵਮੈਂਟ ਲੈ ਕੇ ਆਣਗੇ, ਮਤਲਬ ਕਿ ਇਹ ਤਾਂ ਹਿੰਸਾ ਕਰਾਣਗੇ, ਵਾਇਲੈਂਸ ਕਰਾਣਗੇ ਤੇ ਪੁਲਿਸ ਨੂੰ ਜਿਹੜਾ ਹੈ ਬੁਲਾਣਗੇ। ਦੂਜੇ ਪਾਸੇ ਜਿਹੜੇ ਐਕਸਟ੍ਰੀਮਿਸਟ ਨੇ ਉਹ ਕੀ ਸੋਚ ਰਹੇ ਨੇ, ਉਹ ਇਹ ਸੋਚ ਰਹੇ ਨੇ ਕਿ ਮੋਡਰੇਟਸ ਤੋਂ ਤਾਂ ਕੁਝ ਨਹੀਂ ਹੋਇਆ,
20 ਸਾਲ ਹੋ ਗਏ, ਇਹਨਾਂ ਨੇ 20 ਸਾਲ ਅਗਲੇ ਹੋਰ ਵੀ ਕੁਝ ਨਹੀਂ ਕਰਨਾ, ਤਾਂ ਕਿਤੇ ਨਾ ਕਿਤੇ ਤਾਂ ਕੋਈ ਐਵੇਂ ਦੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਕੀ ਕਹੇਗਾ, ਜਿਨ੍ਹਾਂ ਕਰਕੇ ਇਹਨਾਂ ਦੇ ਵਿੱਚ ਡਿਫਰੈਂਸ ਆਣੇ ਸ਼ੁਰੂ ਹੋਣਗੇ। ਜਿਵੇਂ ਕਿ ਦੇਖੋ ਜੀ, ਜਿਵੇਂ ਆਪਾਂ ਗੱਲ ਕੀਤੀ ਸੀ ਮੋਡਰੇਟਸ ਦੇ ਅਚੀਵਮੈਂਟਸ ਦੇ ਵਿੱਚ ਇੰਡੀਅਨ ਕਾਉਂਸਲ ਐਕਟ ਆਫ 1892। ਹੁਣ ਇੰਡੀਅਨ ਕਾਉਂਸਲ ਐਕਟ ਆਫ 1892 ਦੇ ਵਿੱਚ ਇੰਡੀਅਨਸ ਨੂੰ ਪਾਵਰ ਦਿੱਤੀ ਗਈ, ਪਰ ਬਹੁਤ ਜ਼ਿਆਦਾ ਪਾਵਰ ਨਹੀਂ ਦਿੱਤੀ ਗਈ। ਇਹ ਐਕਟ ਜਿਹੜਾ ਆਪਾਂ ਅਗਲੇ ਜਿਹੜਾ ਨੈਕਸਟ ਆਪਣੇ ਜੇ ਗੱਲ ਕਰਾਂਗੇ ਕਨਸਟੀਟਿਊਸ਼ਨਲ ਡਿਵੈਲਪਮੈਂਟ, ਉਹਨਾਂ ਦੇ ਵਿੱਚ ਅਲੱਗ ਤੋਂ ਸਾਰੇ ਪੜਾਂਗੇ ਕੀ ਪਾਵਰਸ ਮਿਲੀਆਂ ਕੀ ਨਹੀਂ ਮਿਲੀਆਂ। ਹੁਣ ਜੇ ਗੱਲ ਕਰਦੇ ਹਾਂ ਕਿ ਮੋਡਰੇਟਸ ਦੇ ਹਿਸਾਬ ਨਾਲ, ਮੋਡਰੇਟਸ ਕਹਿ ਰਹੇ ਨੇ ਕਿ 1892 ਦੇ ਐਕਟ ਸਾਨੂੰ ਪਾਵਰ ਮਿਲ ਗਈ, ਪਰ ਐਕਸਟ੍ਰੀਮਿਸਟ ਕਹਿ ਰਹੇ ਨੇ ਮਿਲਿਆ ਕੀ ਤੁਹਾਨੂੰ ਬਹੁਤ ਘੱਟ ਚੀਜ਼ਾਂ ਮਿਲੀਆਂ। ਉਸ ਤੋਂ ਬਾਅਦ ਜੇ ਆਪਾਂ ਦੇਖਾਂਗੇ 1892 ਤੋਂ ਬਾਅਦ ਇੱਕ ਐਕਟ ਆਏਗਾ 1904 ਜਿਹਨੂੰ ਆਪਾਂ ਕਹਿੰਦੇ ਇੰਡੀਅਨ ਯੂਨੀਵਰਸਿਟੀ ਐਕਟ। ਹੁਣ ਇੰਡੀਅਨ ਯੂਨੀਵਰਸਿਟੀ ਐਕਟ ਕੀ ਹੋਏਗਾ, ਦੇਖੋ ਜੀ ਇੱਕ ਚੀਜ਼ ਸਮਝਣ ਵਾਲੀ ਹੈ, ਜਦੋਂ ਕੁਝ ਲੋਕ ਪੜ੍ਹ ਲਿਖ ਗਏ ਤਾਂ ਉਹਨਾਂ ਨੂੰ ਅੰਗਰੇਜ਼ਾਂ ਦਾ ਪਤਾ ਲੱਗਿਆ ਕਿ ਇਹ ਸਾਨੂੰ ਕਿਵੇਂ ਲੁੱਟ ਰਹੇ ਨੇ। ਜਿਵੇਂ ਕੋਈ ਵੀ ਲੋਕ ਪੜ੍ਹ ਲਿਖ ਗਏ ਤਾਂ ਉਹਨਾਂ ਨੂੰ ਕਲੀਅਰਲੀ ਦਿਖੇਗਾ ਕਿ ਇਹ ਅੰਗਰੇਜ਼ਾਂ ਦੀ ਪਾਲਿਸੀ ਹੈ, ਇਹ ਸਾਨੂੰ ਕਿਸ ਤਰੀਕੇ ਨਾਲ ਲੁੱਟ ਰਹੇ ਨੇ। ਹੁਣ ਲੋਕੀ ਪੜ੍ਹਨਗੇ ਕਿੱਥੇ, ਲੋਕੀ ਪੜ੍ਹਨਗੇ ਕਿੱਥੇ, ਤਾਂ ਕਿਤੇ ਨਾ ਕਿਤੇ ਤਾਂ ਇੰਡੀਆ ਦੀ ਯੂਨੀਵਰਸਿਟੀ 'ਚ ਹੀ ਪੜ੍ਹਨਗੇ। ਤਾਂ ਯੂਨੀਵਰਸਿਟੀ ਦੇ ਵਿੱਚ ਜੇ ਗੱਲ ਕਰੀਏ ਜਿੰਨੇ ਵੀ ਬੱਚੇ ਹੋਣਗੇ, ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਬੱਚੇ ਹੋਣਗੇ, ਜਾਂ ਤਾਂ ਇਹਨਾਂ ਨੂੰ ਤੁਸੀਂ ਕੀ ਦੇ ਦਿਓ, ਜੌਬ ਦੇ ਦਿਓ, ਵੀ ਆਪਣੇ ਕੰਮਾਂ ਕਾਰਾਂ ਤੇ ਜਾਈ ਜਾਣ। ਪਰ ਜੇ ਯੂਨੀਵਰਸਿਟੀ ਦੇ ਵਿੱਚ ਜੌਬ ਵੀ ਨਹੀਂ ਹੈਗੀ, ਮਤਲਬ ਕਿ ਯੂਨੀਵਰਸਿਟੀ ਦੇ ਬੱਚੇ ਹੋ ਗਏ ਅਨਇੰਪਲੋਇਡ, ਇਹਨਾਂ ਕੋਲ ਕੋਈ ਕੰਮ ਵੀ ਨਹੀਂ ਹੈਗਾ। ਹੁਣ ਅਨਇੰਪਲੋਇਡ ਬੱਚਾ, ਉਹਨੂੰ ਸਾਰਾ ਪਤਾ ਚੱਲ ਰਿਹਾ ਕਿ ਅੰਗਰੇਜ਼ ਕਿਵੇਂ ਲੁੱਟ ਰਹੇ ਨੇ, ਤਾਂ ਕਿਤੇ ਨਾ ਕਿਤੇ ਬ੍ਰਿਟਿਸ਼ਰਸ ਦੇ ਅਗੇਂਸਟ, ਗੋਰਿਆਂ ਦੇ ਅਗੇਂਸਟ ਯੂਨੀਵਰਸਿਟੀ ਲੈਵਲ 'ਚ, ਸਕੂਲ ਲੈਵਲ 'ਚ ਜੇ ਕਹਿ ਲਓ, ਯੂਨੀਵਰਸਿਟੀ ਲੈਵਲ 'ਚ ਕਹਿ ਲਓ, ਜਿਹੜੇ ਇੱਕ ਨੀਚੇ ਯੰਗ ਏਜ ਹੋਏਗੀ ਨਾ ਬੱਚਿਆਂ ਦੀ, ਜਿਹੜੇ ਬੱਚੇ ਆਪਾਂ ਕਹਿ ਸਕਦੇ ਯੂਨੀਵਰਸਿਟੀ 'ਚ ਨੇ, ਕਾਲਜ 'ਚ ਨੇ, ਉਹਨਾਂ ਦੇ ਮਨਾਂ ਦੇ ਵਿੱਚ ਬ੍ਰਿਟਿਸ਼ਰ ਦੇ ਅਗੇਂਸਟ ਕੀ ਸ਼ੁਰੂ ਹੋ ਜਾਏਗਾ, ਹੁਣ ਗੁੱਸਾ ਭਰਨਾ ਸ਼ੁਰੂ ਹੋ ਗਿਆ। ਉਹ ਗੁੱਸਾ ਜਿਹੜਾ ਹੈਗਾ ਉਹ ਕਿਹਨਾਂ ਨੂੰ ਪਤਾ ਹੈ, ਬ੍ਰਿਟਿਸ਼ਰ ਨੂੰ ਉਸ ਚੀਜ਼ ਦਾ ਪਤਾ ਲੱਗ ਗਿਆ। ਹੁਣ ਉਸ ਚੀਜ਼ ਨੂੰ ਖਤਮ ਕਰਨ ਲਈ ਕੀ ਕਰਨਗੇ, ਇੰਡੀਅਨ ਯੂਨੀਵਰਸਿਟੀ ਐਕਟ ਆਏਗਾ, ਜਿਹਨੂੰ ਆਪਾਂ ਦੇਖਾਂਗੇ ਕਿ ਕੀ ਕੀਤਾ ਜਾਏਗਾ ਇਹਦੇ ਵਿੱਚ ਯੂਨੀਵਰਸਿਟੀਜ਼ ਦੇ ਉੱਪਰ ਜ਼ਿਆਦਾ ਤੋਂ ਜ਼ਿਆਦਾ ਕੰਟਰੋਲ ਕੀਤਾ ਜਾਏਗਾ। ਠੀਕ ਹੈ ਜੀ। ਹੁਣ ਯੂਨੀਵਰਸਿਟੀਜ਼ ਐਕਟ ਲੈ ਕੇ ਆ ਗਏ ਬ੍ਰਿਟਿਸ਼ਰ, ਤੁਹਾਨੂੰ 1892 ਦੇ ਐਕਟ 'ਚ ਕੁਝ ਨਹੀਂ ਦਿੱਤਾ। ਉਸ ਤੋਂ ਬਾਅਦ ਮੋਡਰੇਟਸ ਜਿਹੜੇ ਨੇ ਕੁਝ ਕਰ ਨਹੀਂ ਪਾਏ ਪਹਿਲੇ 20 ਸਾਲ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਕੀ ਕਰ ਰਹੀਆਂ ਨੇ, ਆਪਾਂ ਕਹਿ ਰਹੇ ਹਾਂ ਕਿ ਡਿਫਰੈਂਸ ਲੈ ਕੇ ਆ ਰਹੀਆਂ ਨੇ। ਐਕਸਟ੍ਰੀਮਿਸਟ ਆ ਰਹੀਆਂ, ਦੇਖੋ ਜੀ ਸਾਡੀ ਸੋਚ ਸਹੀ ਹੈ, ਇਹਨਾਂ ਤੋਂ ਕੁਝ ਨਹੀਂ ਹੋਣਾ। ਇਹ ਦੇਖ ਲਓ ਹੁਣ ਵੀ ਇੰਡੀਅਨ ਯੂਨੀਵਰਸਿਟੀ ਐਕਟ ਆ ਗਿਆ, ਅਜੇ ਵੀ ਕੁਝ ਨਹੀਂ ਕਰ ਰਹੇ। ਕਾਉਂਸਲ ਐਕਟ ਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਮਿਲਿਆ, ਇਹ ਹਜੇ ਵੀ ਕੁਝ ਨਹੀਂ ਕਰ ਰਹੇ। ਇਸ ਤੋਂ ਇਲਾਵਾ ਜਾਪਾਨ, ਇਸ ਟਾਈਮ 'ਚ ਆਪਾਂ ਦੇਖਾਂਗੇ ਜਾਪਾਨ ਜਿਹੜਾ ਹੈ ਏਸ਼ੀਅਨਸ ਨੂੰ ਮੰਨਿਆ ਕਿ ਜਾਂਦਾ ਸੀ, ਬ੍ਰਿਟਿਸ਼ ਜਿਵੇਂ ਯੂਰਪ ਵਾਲੇ ਕਹਿੰਦੇ ਸੀ ਕਿ ਯੂਰਪ ਜਿਹੜਾ ਹੈਗਾ ਉਹ ਜ਼ਿਆਦਾ ਐਡਵਾਂਸ ਹੈ, ਏਸ਼ੀਆ ਜਿਹੜਾ ਉਹ ਘੱਟ ਐਡਵਾਂਸ ਹੈ। ਜਾਪਾਨ ਇੱਕਦਮ ਹੀ ਡਿਵੈਲਪ ਕਰ ਗਿਆ ਇਸ ਟਾਈਮ ਤੇ। ਠੀਕ ਹੈ ਜੀ, ਵੀ ਜਾਪਾਨ ਜਿਹੜਾ ਹੈ ਬਿਨਾਂ ਵੈਸਟ ਦੀ, ਬਿਨਾਂ ਯੂਰਪ ਦੀ ਹੈਲਪ ਤੋਂ ਡਿਵੈਲਪ ਕਰ ਗਿਆ। ਤਾਂ ਕਿਤੇ ਨਾ ਕਿਤੇ ਇਹ ਵੀ ਭਰਮ ਟੁੱਟ ਗਿਆ ਸੀਗਾ ਲੋਕਾਂ ਦਾ ਕਿ ਯੂਰਪ ਹੀ ਜਿਹੜਾ ਹੈ ਕੀ ਕਰ ਸਕਦਾ ਹੈ, ਤਰੱਕੀ ਕਰ ਸਕਦਾ ਹੈ। ਪਰ ਪਹਿਲੀ ਏਸ਼ੀਅਨ ਪਾਵਰ ਬਣ ਗਿਆ ਜਾਪਾਨ, ਜਿਹੜਾ ਕੁਝ ਹੀ ਆਪਾਂ ਕਹਿ ਸਕਦੇ ਸਾਲਾਂ ਦੇ ਵਿੱਚ ਡਿਵੈਲਪ ਕਰ ਗਿਆ। ਤਾਂ ਉਹ ਵੀ ਸਾਰਿਆਂ ਨੂੰ ਦਿਖ ਰਿਹਾ ਕਿ ਅੰਗਰੇਜ਼ਾਂ ਨੂੰ ਕੱਢੋ ਤਾਂ ਹੀ ਅਸੀਂ ਵੀ ਡਿਵੈਲਪ ਕਰਾਂਗੇ। ਤੇ ਅੰਗਰੇਜ਼ ਨਿਕਲਣਗੇ ਕਿਵੇਂ, ਮੋਡਰੇਟਸ ਦੇ ਤਾਂ ਕਿਤੇ ਵੀ ਲਿਖਿਆ ਨਹੀਂ ਹੋਇਆ ਜੀ ਅੰਗਰੇਜ਼ੋ ਤੁਸੀਂ ਚਲੇ ਜਾਓ। ਤਾਂ ਉਹਨਾਂ ਨੂੰ ਕੱਢਣਾ ਕਿਵੇਂ ਹੈ, ਤਾਂ ਕੱਢਣ ਦਾ ਤਰੀਕਾ ਇੱਕੋ ਹੀ ਹੈ, ਉਹ ਨੇ ਐਕਸਟ੍ਰੀਮਿਸਟ, ਜਿਹੜੇ ਕਹਿ ਰਹੇ ਨੇ ਕਿ ਸਾਡੀ ਡਿਮਾਂਡ ਹੈ ਜੀ ਸਵਰਾਜ, ਕਿ ਸਾਡਾ ਰਾਜ ਹੋਏਗਾ ਤਾਂ ਹੀ ਜਿਹੜਾ ਹੈਗਾ ਇੱਥੇ ਤਰੱਕੀ ਹੋਏਗੀ, ਇਸ ਤੋਂ ਇਲਾਵਾ ਤਰੱਕੀ ਹੋ ਹੀ ਨਹੀਂ ਸਕਦੀ। ਕਲੀਅਰ। ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਅਦਰ ਡਿਫਰੈਂਸਿਸ, ਅਦਰ ਰੀਜ਼ਨਸ ਫॉर द ਡਿਫਰੈਂਸਿਸ। ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ, ਇੰਡੀਆ ਦੇ ਵਿੱਚ ਫੈਮਾਈਨ ਆਉਂਦੇ ਨੇ, ਅਕਾਲ ਪੈਂਦਾ, ਸੁੱਖਾ ਪੈਂਦਾ। ਠੀਕ ਹੈ ਜੀ, ਫੈਮਾਈਨ ਆ ਗਏ, ਪਲੇਗ ਆ ਗਏ, ਕੀ ਗੋਰੇ ਜਿਹੜੇ ਨੇ ਉਹਨਾਂ ਦੀ ਉਹ ਨਹੀਂ ਬਣਦੀ ਜ਼ਿੰਮੇਵਾਰੀ ਕਿ ਇੰਡੀਅਨਸ ਨੂੰ ਬਚਾਇਆ ਜਾਏ। ਪਰ ਨਹੀਂ, ਗੋਰੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਲਿਟਨ ਦੇ ਟਾਈਮ ਤੇ ਵੀ ਸੁੱਖਾ ਪਿਆ ਹੋਇਆ ਸੀ, ਉਹ ਆਪਣਾ ਦਿੱਲੀ ਦਰਬਾਰ ਕੀ ਕਰ ਰਿਹਾ ਸੀ, ਇੰਜੋਏ ਕਰ ਰਿਹਾ ਸੀ। ਸੇਮ ਆਪਾਂ ਦੇਖ ਰਹੇ ਹਾਂ 1896 1897 ਦੇ ਵਿੱਚ ਵੀ ਇੰਡੀਆ ਦੇ ਵਿੱਚ ਫੈਮਾਈਨ ਆ ਜਾਏਗਾ, ਲੋਕੀ ਮਰ ਰਹੇ ਨੇ ਭੁੱਖ ਨਾਲ, ਗੋਰਿਆਂ ਨੂੰ ਕੋਈ ਯੂਜ਼ ਨਹੀਂ ਪਿਆ, ਉਹ ਆਰਾਮ ਨਾਲ ਬੈਠੇ ਨੇ, ਕੋਈ ਗੱਲ ਨਹੀਂ ਜੀ, ਹੋਈ ਜਾਣ ਤੋਂ ਖਤਮ। ਲੁੱਟਣ ਐਸਾ ਲੁੱਟਣ ਆਏ ਸੀ, ਲੁੱਟ ਕੇ ਹੀ ਜਾਵਾਂਗੇ। ਕਲੀਅਰ। ਉਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਲਾਸਟ ਲਾਰਡ ਕਰਜ਼ਨ ਦੀਆਂ ਰਿਐਕਸ਼ਨਰੀ ਪਾਲਿਸੀਜ਼। ਹੁਣ ਲਾਰਡ ਕਰਜ਼ਨ ਦੀਆਂ ਰਿਐਕਸ਼ਨਰੀ ਪਾਲਿਸੀਜ਼ ਕੀ ਸੀਗੀਆਂ, ਇਹਦੇ ਬਾਰੇ ਡਿਸਕਸ ਕਰਦੇ ਹਾਂ। ਹੁਣ ਲਾਰਡ ਕਰਜ਼ਨ ਜਿਹੜੇ ਨੇ, ਆਪਣੇ ਲਾਰਡ ਕਰਜ਼ਨ ਤੁਸੀਂ ਫੋਟੋ ਦੇਖ ਸਕਦੇ ਹੋ, ਇਹ ਤੁਹਾਨੂੰ 1905 ਦੇ ਆਸ-ਪਾਸ ਦੇ ਦੇਖਣ ਨੂੰ ਮਿਲ ਜਾਣਗੇ। ਠੀਕ ਹੈ ਜੀ। ਤਾਂ ਇੱਥੇ ਹੋਏਗਾ ਕਿ ਕੁਝ ਇਮੀਡੀਏਟ ਚੀਜ਼ ਹੋਏਗੀ ਜਿੱਥੋਂ ਦੀ ਇੱਕ ਮੂਵਮੈਂਟ ਸ਼ੁਰੂ ਹੋਏਗੀ, ਆਪਣੀ ਫਰੀडम ਸਟਰਗਲ ਦੀ ਨਾ ਪਹਿਲੀ ਮੂਵਮੈਂਟ ਜਿਹੜੀ ਹੈ ਸ਼ੁਰੂ ਕਰਨਗੇ, ਉਹ ਦੇਖਾਂਗੇ ਆਪਾਂ। ਹੁਣ ਦੇਖੋ ਜੀ ਲਾਰਡ ਕਰਜ਼ਨ ਜਿਹੜੇ ਨੇ ਸਭ ਤੋਂ ਪਹਿਲੇ ਐਕਟ ਲੈ ਕੇ ਆਣਗੇ, ਕਲਕੱਤਾ ਕਾਰਪੋਰੇਸ਼ਨ ਐਕਟ। ਕਲਕੱਤਾ ਕਾਰਪੋਰੇਸ਼ਨ ਐਕਟ ਦੇ ਵਿੱਚ ਕੀ ਕੀਤਾ ਜਾਏਗਾ, ਕਲਕੱਤਾ ਦੀ ਜਿਹੜੀ ਕਾਰਪੋਰੇਸ਼ਨ ਹੋਏਗੀ ਉਹਦੇ ਵਿੱਚ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਘੱਟ ਕਰਤੀ। ਮੋਡਰੇਟਸ ਬਣ ਚੁੱਕੇ ਨੇ, ਕਾਂਗਰਸ ਬਣ ਚੁੱਕੀ ਹੈ, ਮੋਡਰੇਟਸ ਨੇ, ਉਹ ਕਹਿ ਰਹੇ ਨੇ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਹਰ ਜਗ੍ਹਾ ਇੰਕਰੀਜ਼ ਕਰੋ। ਤੇ ਲਾਰਡ ਕਰਜ਼ਨ ਜੋ ਵਾਇਸਰਾਏ ਆਏ ਨੇ, ਉਹ ਕੀ ਕਰ ਰਹੇ ਨੇ, ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਘੱਟ ਕਰ ਰਹੇ ਨੇ। ਉਸ ਤੋਂ ਬਾਅਦ 1904 ਦੇ ਵਿੱਚ ਲਾਰਡ ਕਰਜ਼ਨ ਇੰਡੀਅਨ ਯੂਨੀਵਰਸਿਟੀ ਐਕਟ ਲਿਆਣਗੇ। ਇੰਡੀਅਨ ਯੂਨੀਵਰਸਿਟੀ ਐਕਟ ਦੇ ਵਿੱਚ ਜਿਹੜੀ ਯੂਨੀਵਰਸਿਟੀਜ਼ ਹੋਣਗੀਆਂ ਉਹਨਾਂ ਨੂੰ ਜ਼ਿਆਦਾ ਕੰਟਰੋਲ ਕੀਤਾ ਜਾ ਰਿਹਾ ਹੈ। ਕਿਉਂ ਕੀਤਾ ਜਾ ਰਿਹਾ? ਕਿਉਂਕਿ ਉਹਦੇ ਵਿੱਚ ਜਿਹੜੇ ਪੜ੍ਹ ਰਹੇ ਨੇ ਬੱਚੇ, ਉਹਨਾਂ ਦੇ ਮਨਾਂ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਕੀ ਹੈ, ਗੁੱਸਾ ਭਰ ਰਿਹਾ। ਕਲੀਅਰ।
ਉਸ ਤੋਂ ਬਾਅਦ ਦੇਖੋ ਜੀ ਲਾਰਡ ਕਰਜ਼ਨ ਦੇ ਟਾਈਮ ਤੇ ਆਏਗਾ ਸੈਡੀਸ਼ਨ ਐਕਟ ਤੇ ਆਫੀਸ਼ੀਅਲ ਸੀਕ੍ਰੇਟਸ ਐਕਟ। ਇਹ ਦੋ ਐਕਟ ਨੇ। ਇਹ ਐਕਟ ਕੀ ਕਰ ਰਹੇ ਨੇ? ਇਹ ਫਰੀडम ਆਫ ਪ੍ਰੈਸ ਨੂੰ ਰਿਡਿਊਸ ਕਰ ਰਹੇ ਨੇ। ਪਹਿਲਾਂ ਬ੍ਰਿਟਿਸ਼ਰਸ ਦੇ ਅਗੇਂਸਟ ਜੋ ਮਰਜ਼ੀ ਲਿਖੀ ਜਾਓ, ਉਹ ਕੀ ਕਰ ਰਹੇ ਸੀਗੇ? ਕੁਝ ਨਹੀਂ ਸੀ ਕਹਿ ਰਹੇ। ਹੁਣ ਬ੍ਰਿਟਿਸ਼ ਕਹਿੰਦੇ ਨਹੀਂ ਜੀ ਐਵੇਂ ਨਹੀਂ ਤੁਸੀਂ ਲਿਖ ਸਕਦੇ, ਜੇ ਸੈਡੀਸ਼ਨ ਲਾਵਾਂਗੇ ਅਸੀਂ ਤਾਂ। ਜੇ ਸਾਡੇ ਅਗੇਂਸਟ ਜੇ ਕੋਈ ਵੀ ਲਿਖ ਰਿਹਾ ਹੈ, ਸਪੋਜ਼ ਕਰ ਲਓ ਕਿ ਐਕਸਟ੍ਰੀਮਿਸਟ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਖਿਲਾਫ ਲਿਖ ਰਹੇ ਨੇ ਜੀ, ਇਹ ਤਾਂ ਬਹੁਤ ਲੁੱਟ ਕੇ ਚਲੇ ਗਏ ਸਾਨੂੰ, ਇਹ ਹਜੇ ਵੀ ਲੁੱਟ ਰਹੇ ਨੇ, ਤਾਂ ਅੰਗਰੇਜ਼ ਕਹਿਣਗੇ ਕਿ ਇਹਦੇ ਉੱਪਰ ਲਗਾਓ ਜੀ ਸੈਡੀਸ਼ਨ ਦਾ ਐਕਟ। ਮਤਲਬ ਕਿ ਇਹ ਤਾਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਤਾਂ ਸਾਡੇ ਖਿਲਾਫ ਬਗਾਵਤਾਂ ਹੋ ਰਹੀਆਂ ਨੇ, ਸੈਡੀਸ਼ਨ ਲਾਓ ਇਹਨਾਂ ਦੇ। ਕਲੀਅਰ? ਹੁਣ ਐਵੇਂ ਦੇ ਐਕਟ ਆ ਰਹੇ ਨੇ ਤਾਂ ਮਤਲਬ ਕਿ ਲੋਕਾਂ ਨੂੰ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ। ਐਵੇਂ ਦੀ ਚੀਜ਼ ਆਪਾਂ ਦੇਖੀ ਸੀ ਵਰਨੈਕੂਲਰ ਪ੍ਰੈਸ ਐਕਟ ਲਾਰਡ ਲਿਟਨ ਦੇ ਟਾਈਮ, ਯਾਦ ਆਇਆ ਜੀ? ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਪਾਰਟੀਸ਼ਨ ਆਫ ਬੰਗਾਲ। ਹੁਣ ਇਹ ਕੀ ਹੋਏਗਾ? ਪਾਰਟੀਸ਼ਨ ਆਫ ਬੰਗਾਲ ਇਹ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਇੱਕ ਪੁਆਇੰਟ ਹੈ ਜਿਹੜਾ ਇਮੀਡੀਏਟ ਕਾਜ਼ ਬਣੇਗਾ। ਬਹੁਤ ਗੁੱਸਾ ਚੱਲ ਰਿਹਾ ਐਕਸਟ੍ਰੀਮਿਸਟ ਤੇ ਕਿਹਨਾਂ ਦੇ ਵਿੱਚ? ਮੋਡਰੇਟਸ ਦੇ ਵਿੱਚ। ਤੇ ਲਾਰਡ ਕਰਜ਼ਨ ਨੇ ਕੀ ਕੀਤਾ? ਪਾਰਟੀਸ਼ਨ ਆਫ ਬੰਗਾਲ ਸ਼ੁਰੂ ਕਰਤੀ। ਮਤਲਬ ਕਿ ਬੰਗਾਲ ਜਿਹੜਾ ਇੱਕ ਵੱਡਾ ਸੂਬਾ ਸੀਗਾ ਉਹਨੂੰ ਦੋ ਹਿੱਸਿਆਂ 'ਚ ਕੀ ਕਰਤਾ? ਡਿਵਾਈਡ ਕਰਤਾ। ਹੁਣ ਜੇ ਪੁੱਛਿਆ ਜਾਏਗਾ ਕਿ ਲਾਰਡ ਕਰਜ਼ਨ ਨੂੰ ਜੀ ਤੁਸੀਂ ਕਿਉਂ ਕਰ ਰਹੇ ਹੋ, ਤਾਂ ਲਾਰਡ ਕਰਜ਼ਨ ਕਹਿੰਦਾ ਜੀ ਬੰਗਾਲ ਵੱਡਾ ਬਹੁਤ ਸੀ ਤਾਂ ਮੈਨੂੰ ਉਹਨੂੰ ਐਡਮਿਨਿਸਟ੍ਰੇਸ਼ਨ ਕਰਨ 'ਚ ਬਹੁਤ ਦਿੱਕਤ ਹੋ ਰਹੀ ਹੈ, ਤਾਂ ਅਸੀਂ ਇਸ ਕਰਕੇ ਬੰਗਾਲ ਦੇ ਦੋ ਹਿੱਸੇ ਕਰ ਰਹੇ ਹਾਂ। ਪਰ ਮੋਡਰੇਟਸ ਤੇ ਐਕਸਟ੍ਰੀਮਿਸਟ ਇਸ ਚੀਜ਼ ਨੂੰ ਦੇਖਣਗੇ ਕਿਵੇਂ? ਐਕਸਟ੍ਰੀਮਿਸਟ ਦੇਖ ਰਹੇ ਨੇ ਕਿ ਇਹ ਜਿਹੜਾ ਪਾਰਟੀਸ਼ਨ ਆਫ ਬੰਗਾਲ ਹੋ ਰਹੀ ਹੈ, ਜਿਹੜੀ ਹੈ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਤੋੜਿਆ ਜਾ ਰਿਹਾ ਹੈ। ਇਹ ਕਿਸ ਤੇ ਤੋੜਿਆ ਜਾ ਰਿਹਾ ਹੈ? ਇਹ ਤੋੜਿਆ ਜਾ ਰਿਹਾ ਹੈ ਰਿਲੀਜੀਅਸ ਲਾਈਨਸ ਦੇ ਉੱਪਰ। ਇਹ ਧਰਮ ਦੇ ਤਰੀਕੇ ਨਾਲ ਤੋੜਿਆ ਜਾ ਰਿਹਾ ਜੀ, ਧਰਮ ਦੇ ਹਿਸਾਬ ਨਾਲ। ਜਿਹਦੇ ਵਿੱਚ ਜਿਹੜਾ ਆਪਾਂ ਗੱਲ ਕਰਾਂਗੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੈਸਟ ਵਾਲੀ ਤਰਫ ਜਿਹੜਾ ਹੈਗਾ ਇੱਧਰ ਕੀ ਆਏਗਾ? ਆਪਾਂ ਨੂੰ ਮੁਸਲਿਮ ਮੈਜੋਰਿਟੀ ਮਿਲ ਜਾਏਗਾ। ਠੀਕ ਹੈ ਜੀ। ਜਿਹਦਾ ਢਾਕਾ ਦੇ ਵਿੱਚ ਕੀ ਹੋਏਗਾ? ਆਪਾਂ ਕਹਿ ਸਕਦੇ ਹਾਂ ਕਿ ਹੈਡਕੁਆਟਰਸ ਹੋਣਗੇ। ਠੀਕ ਹੈ ਜੀ। ਜਿਹੜਾ ਬਿਹਾਰ ਬੰਗਾਲ ਵਾਲਾ ਏਰੀਆ ਹੋਏਗਾ ਉਧਰ ਕੀ ਆ ਜਾਏਗਾ? ਆਪਣਾ ਹਿੰਦੂ ਮੈਜੋਰਿਟੀ। ਜਿਹੜਾ ਦੂਜੀ ਸਾਈਡ ਆਪਣਾ ਹੋ ਜਾਏਗਾ ਤਾਂ ਉਹ ਕੀ ਹੋਏਗਾ? ਆਪਣਾ ਮੁਸਲਿਮ ਮੈਜੋਰਿਟੀ। ਤਾਂ ਜੇ ਐਡਮਿਨਿਸਟ੍ਰੇਸ਼ਨ ਦੇ ਉੱਪਰ ਹੀ ਤੋੜਨਾ ਸੀ, ਵੀ ਐਡਮਿਨਿਸਟ੍ਰੇਸ਼ਨ ਨਹੀਂ ਹੋ ਪਾ ਰਹੀ, ਪਰ ਤੁਸੀਂ ਤੋੜਤਾ ਧਰਮ ਦੇ ਨਾਮ ਤੇ ਰਹੇ ਹੋ। ਕਿਉਂ ਧਰਮ ਦੇ ਨਾਮ ਤੇ ਤੋੜ ਰਹੇ ਹੋ? ਕਿਉਂਕਿ ਬ੍ਰਿਟਿਸ਼ਰਸ ਦੀ ਪਾਲਿਸੀ ਸੀ। ਕੀ ਪਾਲਿਸੀ ਸੀ ਬ੍ਰਿਟਿਸ਼ਰਸ ਦੀ? ਡਿਵਾਈਡ ਐਂਡ ਰੂਲ। ਇੰਡੀਆ ਦੇ ਉੱਪਰ ਜੇ ਰੂਲ ਕਰਨਾ ਹੈ ਤਾਂ ਤੁਹਾਨੂੰ ਤੋੜ ਕੇ ਹੀ ਰੱਖਣੇ ਪੈਣਗੇ। ਇੱਕ ਧਰਮ ਨੂੰ ਆਪਣੇ ਨਾਲ ਲਾ ਕੇ ਰੱਖੋ, ਦੂਜੇ ਧਰਮ ਨੂੰ ਵੱਧ ਦਿਓ ਜਾਂ ਘੱਟ ਦਿਓ, ਤਾਂ ਕੀ ਰਹੇ ਤੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਬਣੇ ਰਹੇ, ਆਪਸ ਵਿੱਚ ਲੜੀ ਜਾਣ, ਤਾਂ ਅੰਗਰੇਜ਼ਾਂ ਦੇ ਖਿਲਾਫ ਕੋਈ ਲੜੇ ਹੀ ਨਾ। ਕਲੀਅਰ? ਚਲੋ ਜੀ ਜੇ ਆਪਾਂ ਗੱਲ ਕਰਦੇ ਜੀ ਹੁਣ ਜੇ ਪਾਰਟੀਸ਼ਨ ਆਫ ਬੰਗਾਲ, ਤਾਂ ਹੁਣ ਪਾਰਟੀਸ਼ਨ ਆਫ ਬੰਗਾਲ ਕਰਤੀ ਜੀ ਲਾਰਡ ਕਰਜ਼ਨ ਨੇ। ਹੁਣ ਲੋਕੀ ਕੀ ਕਰਨ? ਉੱਥੇ ਲੋਕੀ ਹਜ਼ਾਰਾਂ ਸਾਲਾਂ ਤੋਂ ਬੰਗਾਲ ਦੇ ਇਕੱਠੇ ਰਹਿ ਰਹੇ ਨੇ। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਅਸੀਂ ਈਸਟ ਬੰਗਾਲ 'ਚ ਜਾਣਾ ਹੈ, ਵੈਸਟ ਬੰਗਾਲ 'ਚ ਜਾਣਾ ਹੈ, ਤੁਸੀਂ ਹਿੰਦੂ ਮੈਜੋਰਿਟੀ 'ਚ ਜਾਣਾ ਹੈ, ਮੁਸਲਿਮ ਮੈਜੋਰਿਟੀ 'ਚ ਜਾਣਾ ਹੈ, ਲੋਕਾਂ ਲਈ ਤਾਂ ਕੀ ਹੋ ਗਿਆ ਉੱਥੇ ਇੱਕਦਮ ਤੋਂ ਹੀ? ਉਹਨਾਂ ਲਈ ਤਾਂ ਪਾਰਟੀਸ਼ਨ ਕੀ ਬਣ ਗਈ? ਉਹਨਾਂ ਲਈ ਤਾਂ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਸਿਰਦਰਦ ਬਣ ਗਈ। ਜਾਈਏ ਕਿੱਥੇ, ਕਰੀਏ ਕਿੱਥੇ? ਰਾਤੋਂ ਰਾਤ ਹੁਣ ਇੱਧਰ ਜਾਈਏ ਉੱਧਰ ਜਾਈਏ। ਲਾਰਡ ਕਰਜ਼ਨ ਨੇ ਕੀ ਕਰਤਾ? ਰਿਲੀਜਨ ਦੇ ਲਾਈਨ ਦੇ ਉੱਪਰ ਡਿਵਾਈਡ ਕਰਤਾ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਹੁਣ ਮੋਡਰੇਟਸ ਨੂੰ ਚਾਹੀਦਾ ਸੀ ਵੀ ਜਾਂ ਤਾਂ ਤੁਸੀਂ ਇੱਕ ਮੂਵਮੈਂਟ ਲੈ ਕੇ ਆਓ, ਅੰਗਰੇਜ਼ਾਂ ਨੂੰ ਰੋਕੋ, ਪਰ ਮੋਡਰੇਟਸ ਨੇ ਕੀ ਕੀਤਾ? ਕੁਝ ਨਹੀਂ ਕੀਤਾ। ਮੋਡਰੇਟਸ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਸਿੰਪਲ ਲੈਟਰ ਲਿਖਤੀ ਕਿ ਸਰ ਅਸੀਂ ਕੀ ਕਰਦੇ ਹਾਂ, ਕੰਡੈਮ ਕਰਦੇ ਹਾਂ ਇਹ ਤੁਹਾਡੀ ਜਿਹੜੀ ਹੈਗੀ ਹੈ, ਗੱਲ ਕਰੀਏ ਆਪਾਂ ਵੀ ਪਾਰਟੀਸ਼ਨ ਆਫ ਬੰਗਾਲ। ਪਰ ਦੂਜੇ ਪਾਸੇ ਐਕਸਟ੍ਰੀਮਿਸਟ ਜਿਹੜੇ ਨੇ ਉਹ ਕੀ ਕਰਨ? ਉਹਨਾਂ ਕੋਲ ਕੀ ਹੈ? ਉਹਨਾਂ ਕੋਲ ਮਾਸ ਸਪੋਰਟ ਹੈ। ਐਕਸਟ੍ਰੀਮਿਸਟ ਜਿਹੜੇ ਨੇ ਲਾਲ ਬਾਲ ਪਾਲ ਰਹੇ ਜਿਵੇਂ, ਇਹਨਾਂ ਕੋਲ ਕੀ ਹੈ? ਮਾਸ ਸਪੋਰਟ ਹੈ। ਇਹ ਆਮ ਲੋਕਾਂ ਦੀ ਗੱਲ ਕਰ ਰਹੇ ਨੇ, ਇਹ ਆਮ ਲੋਕਾਂ ਦੀ ਗੱਲ ਕਰ ਰਹੇ ਨੇ ਤੇ ਦੇਖ ਰਹੇ ਨੇ ਕਿ ਨੀਚੇ ਲੋਕਾਂ ਦੇ ਵਿੱਚ ਗੁੱਸਾ ਹੈ ਕਿ ਤੁਸੀਂ ਬੰਗਾਲ ਨੂੰ ਧਰਮ ਦੇ ਨਾਮ ਦੇ ਉੱਪਰ ਦੋ ਹਿੱਸੇ ਦੇ ਵਿੱਚ ਵੰਡਤਾ। ਤਾਂ ਜਿਹੜੇ ਆਪਾਂ ਗੱਲ ਕਰਾਂਗੇ ਐਕਸਟ੍ਰੀਮਿਸਟ ਦੀ, ਤਾਂ ਇਹ ਮੂਵਮੈਂਟ ਸ਼ੁਰੂ ਕਰ ਦੇਣਗੇ। ਇਹ ਮੂਵਮੈਂਟ ਨੂੰ ਆਪਾਂ ਕਹਿੰਦੇ ਆ ਸਵਦੇਸ਼ੀ ਮੂਵਮੈਂਟ। ਯਾਦ ਰੱਖਿਓ ਪਾਰਟੀਸ਼ਨ ਆਫ ਬੰਗਾਲ ਦੇ ਅਗੇਂਸਟ ਮੂਵਮੈਂਟ ਸ਼ੁਰੂ ਹੋਏਗੀ ਕਿਹੜੀ? ਸਵਦੇਸ਼ੀ ਮੂਵਮੈਂਟ। ਠੀਕ ਹੈ ਜੀ। ਤੇ ਜੇ ਗੱਲ ਕਰਾਂਗੇ ਪਾਰਟੀਸ਼ਨ ਆਫ ਬੰਗਾਲ ਤਾਂ ਡੇਟ ਯਾਦ ਰੱਖ ਲਿਓ 16 ਅਕਤੂਬਰ 1905 ਦੇ ਵਿੱਚ ਪਾਰਟੀਸ਼ਨ ਨੂੰ ਆਫੀਸ਼ੀਅਲੀ ਇੰਪਲੀਮੈਂਟ ਕੀਤਾ ਜਾਏਗਾ। ਜਿੱਦਣ ਇੰਪਲੀਮੈਂਟ ਕੀਤਾ, ਨੀਚੇ ਗਰਾਊਂਡ ਦੇ ਉੱਪਰ ਦੇਖਾਂਗੇ ਤਾਂ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ। ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ। ਮੋਡਰੇਟਸ ਜਿਹੜੇ ਨੇ ਆਪਣੇ ਨੂੰ ਇਸ ਤੋਂ ਅਲੱਗ ਕਰ ਚੁੱਕੇ ਨੇ। ਮੋਡਰੇਟਸ ਕਹਿੰਦੇ ਨਹੀਂ ਜੀ ਅਸੀਂ ਲੈਟਰ ਲਿਖਤੀ, ਪਾਰਟੀਸ਼ਨ ਆਫ ਬੰਗਾਲ ਗਲਤ ਕੀਤਾ। ਉਹ ਇਹ ਨਹੀਂ ਕਹਿ ਰਹੇ ਕਿ ਸਰ ਨਾ ਕਰੋ, ਰੋਕੋ ਇਹਨੂੰ, ਅਸੀਂ ਮੰਨਦੇ ਨਹੀਂ ਪਾਰਟੀਸ਼ਨ ਨੂੰ, ਕਹਿੰਦੇ ਜੀ ਲੈਟਰ ਲਿਖਤੇ ਅਸੀਂ। ਜਿਹੜੇ ਪਾਸੇ ਐਕਸਟ੍ਰੀਮਿਸਟ ਨੇ ਕਾਂਗਰਸ ਦੇ ਵਿੱਚ, ਉਹ ਕਹਿਣਗੇ ਕਿ ਦੇਖੋ ਜੀ ਅਸੀਂ ਕਰਾਂਗੇ ਹੁਣ ਮੂਵਮੈਂਟ ਸ਼ੁਰੂ। ਤਾਂ ਨਾਮ ਯਾਦ ਰੱਖਣਾ ਹੈ ਅਰਬਿੰਦੋ ਘੋਸ਼। ਸਾਈਡ ਤੇ ਤੁਸੀਂ ਦੇਖ ਸਕਦੇ ਹੋ ਫੋਟੋ ਵੀ ਲੱਗੀ ਹੋਈ ਹੈ ਅਰਬਿੰਦੋ ਘੋਸ਼ ਦੀ। ਠੀਕ ਹੈ ਜੀ। ਅਰਬਿੰਦੋ ਘੋਸ਼ ਨੇ ਮੋਡਰੇਟਸ ਦਾ ਜਿਹੜਾ ਸੀਗਾ ਤਰੀਕਾ ਸੀਗਾ ਕਨਸਟੀਟਿਊਸ਼ਨਲ ਐਜੀਟੇਸ਼ਨ, ਉਹ ਕਹਿੰਦੇ ਅਸੀਂ ਤਾਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਲੈਟਰਸ ਲਿਖ ਦਿੰਦੇ ਆ, ਹੋਰ ਕੀ ਕਰ ਸਕਦੇ ਜੀ, ਇਹੀ ਕਰ ਸਕਦੇ ਹਾਂ। ਕਹਿੰਦੇ ਅਸੀਂ ਤੁਹਾਨੂੰ ਮੰਨਦੇ ਨਹੀਂ, ਸਾਈਡ ਹੋ ਜਾਓ ਜਰਾ। ਅਸੀਂ ਹੁਣ ਸ਼ੁਰੂ ਕੀ ਕਰਨ ਲੱਗੇ ਹਾਂ? ਅਸੀਂ ਸ਼ੁਰੂ ਕਰਾਂਗੇ ਸਵਦੇਸ਼ੀ ਮੂਵਮੈਂਟ। ਇੱਕ ਆਮ ਲੋਕਾਂ ਨੂੰ ਮਾਸ ਮੂਵਮੈਂਟ ਜਿਹੜੀ ਹੈ, ਪਹਿਲੀ ਮਾਸ ਮੂਵਮੈਂਟ 1857 ਤੋਂ ਜੇ ਬਾਅਦ ਗੱਲ ਕਰਾਂਗੇ, ਪਹਿਲੀ ਮਾਸ ਮੂਵਮੈਂਟ ਜਿਹੜੀ ਸ਼ੁਰੂ ਹੋਏਗੀ ਅੰਗਰੇਜ਼ਾਂ ਦੇ ਖਿਲਾਫ, ਉਹਨੂੰ ਆਪਾਂ ਕਹਿੰਦੇ ਆ ਸਵਦੇਸ਼ੀ ਮੂਵਮੈਂਟ, ਜਾਂ ਫਿਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਾਇਕਾਟ ਮੂਵਮੈਂਟ ਵੀ ਕਹਿੰਦੇ ਆ। ਠੀਕ ਹੈ ਜੀ। ਦੋ ਨਾਮ ਨੇ, ਸਵਦੇਸ਼ੀ ਤੇ ਬਾਇਕਾਟ ਮੂਵਮੈਂਟ। ਸਵਦੇਸ਼ੀ ਦਾ ਮਤਲਬ ਆਪਣਾ, ਬਾਇਕਾਟ ਦਾ ਮਤਲਬ ਬਾਇਕਾਟ ਕਿਹਨੂੰ ਕਰਨਾ? ਉਹ ਕਹਿਣਗੇ ਕਿ ਦੇਖੋ ਸਿੱਧੀ ਗੱਲ ਹੈ, ਇਹ ਨਹੀਂ ਕਿ ਇਹ ਮਾਸ ਮੂਵਮੈਂਟ ਹੈ ਤਾਂ ਇਹਦੇ ਵਿੱਚ ਲੜਾਈ ਝਗੜੇ ਹੋਣਗੇ।
ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲੀ ਗੱਲ ਦੇਖੋ ਜੀ, ਸਵਦੇਸ਼ੀ ਦਾ ਮਤਲਬ ਆਪਣੇ ਜਿਹੜੀ ਆਮ ਚੀਜ਼ਾਂ ਨੇ, ਜਿਹੜੀ ਇੰਡੀਅਨਸ ਬਣਦੀਆਂ ਨੇ, ਇੰਡੀਆ ਦੀਆਂ ਨੇ, ਉਹਨਾਂ ਨੂੰ ਪਾਓ। ਕੱਪੜੇ ਇੰਡੀਆ ਦੇ, ਇੰਡੀਆ ਦੇ ਹੀ ਪ੍ਰੋਡਕਟ ਯੂਜ਼ ਕਰੋ। ਬॉयकॉट करना है, बॉयकॉट किदा करो, अंग्रेजों के जिन्ने भी प्रोडक्ट ने बॉयकॉट कर दो। अंग्रेज सानू लुट किवें रहे ने, उन्हां दी असीं चीज़ां वरतदे आ ना, ਉਹ ਚਾਹੇ ਧੱਕੇ ਨਾਲ ਵਰਤਾਈਆਂ ਗਈਆਂ ਸਾਡੇ ਤੋਂ। ਸਾਡੀ ਜਿਹੜੀ ਇੰਡਸਟਰੀ ਸੀ ਉਹਨੂੰ ਡੁਬੋਇਆ ਗਿਆ ਤਾਂ ਕਿ ਅੰਗਰੇਜ਼ਾਂ ਦੀ ਜਿਹੜੀ ਇੰਡਸਟਰੀ ਆ ਉਹ ਇੰਡੀਆ ਚ ਆ ਕੇ ਆਪਣਾ ਸਮਾਨ ਵੇਚੇ। ਕਹਿੰਦੇ ਜੋ ਮਰਜ਼ੀ ਹੋ ਜਾਏ, ਬ੍ਰਿਟਿਸ਼ਰਸ ਦਾ ਸਮਾਨ ਬॉयकॉट ਕਰ ਦਿਓ, ਆਪ ਦਾ ਸਮਾਨ ਚਲਾਓ। ਬ੍ਰਿਟਿਸ਼ਰਸ ਦੇ ਸਕੂਲ ਨੇ ਅੰਗਰੇਜ਼ਾਂ ਦੇ ਗੋਰਿਆਂ ਦੇ ਛੱਡ ਦਿਓ, ਕਾਲਜਿਸ ਨੇ ਛੱਡ ਦਿਓ, ਉਹਨਾਂ ਦੇ ਕੰਮ ਕਰਨ ਵਾਲੀ ਜਗ੍ਹਾ ਆਫਿਸਿਸ ਨੇ ਸਭ ਛੱਡ ਦਿਓ, ਬॉयकॉट ਕਰ ਦਿਓ ਅੰਗਰੇਜ਼ਾਂ ਦਾ, अपना चलाओ सब कुछ। क्लीयर? चलो जी, हुण जो अपना चलाओ की गल होएगी तो स्वदेशी की गल हो रही है, तो आप इत्थे याद रखना स्वदेशी मूवमेंट दे विच सब तो पहली गल याद जिहड़ी आपां रखनी है, वो रखनी है वंदे मातरम। ठीक है जी, वंदे मातरम जिहड़ा सीगा नैशनल सॉन्ग जिहड़ा है आपां किसी मूवमेंट तो लैने आ, ये लिखा जाएगा रविंद्रनाथ टैगोर लिखणगे। किहड़ी मूवमेंट च लिखदे ने वंदे मातरम? जे गल करिए तो बॉयकॉट मूवमेंट च लिखदे ने। ठीक है जी, इनू याद रखियो, वंदे मातरम जिहड़ा अपना नैशनल सॉन्ग है इनू अडॉप्ट किया जाएगा तो ये चलाया जाएगा। वंदे मातरम जिहड़ा है रविंद्रनाथ टैगोर स्वदेशी मूवमेंट दे टाइम लिखते हैं। हुण इस मूवमेंट च होएगा की, इत्थे दो वर्ड्स ने पेपर दे विच तुहानूं कन्फ्यूज करन लई ना, दो वर्ड्स नूं थोड़ा जिहा उपर नीचे कीता जांदा है। आपां दोनों वर्ड्स जिहड़े ने की करदे ने, पढ़ लैंदे आ। ठीक है जी, देखो जी, रेजिस्टेंस हुंदी है, एक हुंदी है जी रेजिस्टेंस एक्टिव, एक रेजिस्टेंस हुंदी है पैसिव रेजिस्टेंस। एक अपनी रेजिस्टेंस हुंदी है एक्टिव, एक हुंदी है पैसिव रेजिस्टेंस। रेजिस्टेंस दा मतलब रोकना, एक्टिव रेजिस्टेंस मतलब कोई तुहानूं मार रहा, तुसीं उहनूं मार रहे हो, लड़ाई होगी, हिंसा होगी, झगड़ा हो गया। पैसिव रेजिस्टेंस का मतलब, पैसिव रेजिस्टेंस मतलब तुसीं धरने ते बैठ गए, तुसीं कुछ कर ही नहीं रहे, तुसीं धरना दे रहे हो, तुसीं हाय हाय कर रहे हो, धरने दे रहे हो, सिंपल गल है, स्लोगन दे रहे हो, उन्होंने कहने आपां पैसिव रेजिस्टेंस। ठीक है जी, हुण पैसिव रेजिस्टेंस ही चलेगी स्वदेशी। ये नहीं है कि लोगों ने फड़ के आपां कह सकते कि दंगे शुरू हो गए, एवें दा कुछ नहीं हैगा, गोड़े फड़ के मारे नहीं लग गए, एक्सट्रीमिस्ट मूवमेंट नूं लैके जा रहे हैं, रेवोल्यूशनरी नहीं, हथियार नहीं चक्के जा रहे। क्लीयर? पैसिव रेजिस्टेंस हो रही है। हुण पैसिव रेजिस्टेंस भी देखो जी, जे गल करांगे अपनी हिस्टरी दे विच तां दो तरह दी होएगी। एक पैसिव रेजिस्टेंस हुण आपां पढ़ लांगे, एक पैसिव रेजिस्टेंस थोड़े जे मॉडिफिकेशन दे नाल गांधी जी लैके आणगे। हुण इत्थे जिहड़ी एक्सट्रीमिस्ट वाली पैसिव रेजिस्टेंस है, जे इहदी गल करिए तां इहदे विच लोकी की कर रहे ने, धरने दे रहे ने, लोकी की कर रहे ने, रैली कढ रहे ने, सामने पुलिस आ गई, पुलिस ने डंडे मारे, पुलिस नूं ही कई बार की करनगे लोकी भी आपस लड़ पैणगे लाठी चार्ज दे उपर। ठीक है जी, पुलिस नाल लड़ पैणगे। पर गांधी जी जिहड़ी पैसिव रेजिस्टेंस लैके आणे, गांधी जी कहणगे जो मर्जी हो जाए, किसी ने हाथ नहीं चकना, पुलिस मारदी है मारी जाए, तुसीं नहीं हाथ चकना। तो इत्थे थोड़ा जिहा हिस्टरी दे विच अपनी पैसिव रेजिस्टेंस भी दो तरह दी होंदी है। ठीक है जी, चलो जी, जे गल करदे जी, देखो जी इत्थे स्वदेशी मूवमेंट दे विच होएगा कि इत्थे पब्लिक मीटिंग हो रही है। ठीक है जी, जिहड़ियां दुकानां ने लुटिया जा रही हैं, किहड़ियां लुटिया जा रही दुकानां? जिन्हां दे विच अंग्रेजां दा समान पिया, जिहड़ा अंग्रेजां दा समान है उहनूं सड़क दे विचाले सारा रख के कपड़े उहनूं अग ला दित्ती गई। ठीक है जी, लड़ाई हो रही है देखो जी पुलिस दे नाल। ठीक है जी, स्कूल्स तो कॉलेजेस तो बच्चे जिहड़े ने स्टूडेंट्स ने वो छड्ड के आ गए, स्कूल्स कॉलेजेस नूं बच्चे जिहड़े ने छड्ड के आ गए, सारे जिहड़े ने सड़क दे उपर आ गए कि मूवमेंट चल पई जी स्वदेशी मूवमेंट। लीड कौन कर रहे ने? एक्सट्रीमिस्ट लीड कर रहे हैं। क्लीयर? चलो जी, नैक्सट गल करते हैं जी। हुण ब्रिटिशर्स ने बंगाल नूं दो हिस्से च डिवाइड किया सी, एक पासे मुस्लिम मेजोरिटी, एक पासे हिंदू मेजोरिटी। क्यों किया? क्वेश्चन तो यह बनता है क्यों उन्होंने डिवाइड किया हिंदू मेजोरिटी मुस्लिम मेजोरिटीज, क्यों डिवाइड किया? कि वो पहला तो इकट्ठे नहीं सी रह रहे, जो इकट्ठे रह रहे सी तो उन्होंने डिवाइड करन दा तुक नहीं सी बनदी। जे तुक नहीं सी बनदी तो ब्रिटिशर नूं ये दिखाना कि देखो जी असीं पहला भी इकट्ठे रह रहे सी, असीं हुण भी इकट्ठे रवांगे। तो उस चीज़ नूं दिखाण लई, मतलब कि हिंदू मुस्लिम यूनिटी नूं दिखाण लई तो रविंद्रनाथ टैगोर जिहड़े ने की करनगे, एक आइडिया प्रपोज करनगे। वो कहणगे कि देखो जी मास राखी बंधन, ठीक है जी, राखी बंधन प्रोग्राम शुरू करते हैं, सड़क के उपर निकलो, मुस्लिम भरा होणगे, हिंदू भैणां जिहड़ियां ने उन्हां दे राखी बन्नणगीਆਂ, रखड़ी बन्नणगीਆਂ। ठीक है जी, जिहदे नाल की शो किया जाएगा? हिंदू मुस्लिम यूनिटी शो की जाएगी कि असीं तां इकट्ठे रह रहे हां, तुसीं सानूं अड्ड क्यों कर रहे हो। क्लीयर? चलो जी, उस तो बाद जे आपां गल करदे हां स्वदेशी, तो स्वदेशी का मतलब सीगा कि सिंबल ऑफ नैशनल सैल्फ रिलायंस। सैल्फ रिलायंस का मतलब कि सारा कुछ साडा ही, असीं आप दे उपर निर्भर हां, तुहाडी सानूं जरूरत नहीं। तो बॉयकॉट का मतलब कि सारा कुछ असीं तुहाडा जिहड़ा इहनूं बॉयकॉट करदे हां, असीं उहनूं चाहीदा ही नहीं सानूं। क्लीयर? हुण देखो जी, ये जिहड़ी मूवमेंट है एक्सट्रीमिस्ट लैके चल रहे हैं, ये जिहड़ी मूवमेंट है इसनूं एक्सट्रीमिस्ट लैके चल रहे हैं, मॉडरेट्स नहीं लैके चल रहे। ये मूवमेंट नूं थोड़ा जिहा होर डीप जे आपां ध्यान नाल पढ़ना होवे तां देखो जी, जे आपां गल करिए बंगाल दी, तो बंगाल दे विच हिंदू मुस्लिम यूनिटी होनी है। तो हिंदू मुस्लिम यूनिटी इत्थे तुहानूं शो हो रही है, बिल्कुल वधिया। हिंदू मुस्लिम यूनिटी शो कदों होएगी? जदों मतलब कि इस मूवमेंट दे विच मुस्लिम मासिस जिहड़े ने वो की करनगे, मुस्लिम जिहड़े मासिस ने वो की करनगे, पार्टिसिपेट करनगे। तो मुस्लिम मासिस ने पार्टिसिपेट किया? बिल्कुल किया।
पर मुस्लिम मासिस तो अलावा जे गल करिए मुस्लिम लीडर्स ने पार्टिसिपेट किया, जे गल करिए आपां मुस्लिम लीडर्स ने पार्टिसिपेट किया, तो याद रखियो मुस्लिम लीडर्स ने इस पार्टिसिपेट नहीं किया। क्यों नहीं किया? मुस्लिम आम मुस्लिम जेडे मासिस ने वो पार्टिसिपेट कर रहे हैं, मुस्लिम लीडर नहीं पार्टिसिपेट कर रहे। क्यों? क्योंकि एक कांग्रेस बन चुकी है, कांग्रेस बन चुकी है। जे सारे इकट्ठे रहणगे तो किते ना किते आपां कह सकते हैं कि मुस्लिम लीडर्स जेडे ने ये बड़े इनसिक्योर फील कर रहे हैं। हुण इन्हां नूं एक चीज़ देखी मुस्लिम लीडर्स नूं कि एक पासा जिहड़ा बांग्लादेश वाला साइड है, ढाका वाली साइड है, वो मुस्लिम मेजोरिटी है। जो मुस्लिम मेजोरिटी है तो तुसीं उत्थे कोई भी लीडर जिहड़ा खड़ा होएगा तो वो कौन खड़ा हो सकदा, जित सकदा है? एक मुस्लिम लीडर खड़ा हो सकदा है। तो आपां इस मूवमेंट की जदों गल करदे हां तो इहदे विच देखदे हां कि एक वड्डी पार्टी जिहड़ी है मुस्लिम्स दी वो भी इत्थे फॉर्मेशन दे विच आएगी। ठीक है जी। जे गल करिए स्वदेशी मूवमेंट के टाइम ते ना तो 1906 दे विच एक पार्टी जिहड़ी है बनाई जाएगी जिन्हों आपां कहने आ मुस्लिम लीग। मुस्लिम लीग जिहड़ी है 1906 दे विच बनाई जाएगी। ते मुस्लिम लीग क्यों बनाई जा रही है ये आपां नूं दिख रहा है कि इन्हां नूं इत्थों फायदा देना शुरू हो गया। हुण इत्थे अंग्रेजां दी फिर वही पॉलिसी डिवाइड एंड रूल। हुण कांग्रेस नूं अपने तो एंटी रखना ते मुस्लिम लीग नूं अपने नाल रखना, इन्हां नूं ज़्यादा तो ज़्यादा चीज़ां देनियां, इन्हां नूं कंसैशनस देनियां शुरू करनगे। किते ना किते जिहड़ी है ब्रिटिशर जिहड़े ने ये चीज़ नूं शुरू कर रहे हैं कित्थों दी, जे आपां गल करिए स्वदेशी मूवमेंट तो, पार्टीशन ऑफ बंगाल तो। ठीक है जी। तो इहदा एंड की होएगा? इहदा एंड ये होएगा कि जाके एंड दे विच पाकिस्तान की मंग की जाएगी तो आज़ादी तो पहला पाकिस्तान एक अलग देश बना भी दिता जाएगा। इंडिया दे पार्टीशन होएगी, पाकिस्तान अलग होएगा, इंडिया अलग होएगा। क्यों हो रहा है? किते ना किते अंग्रेजां ने डिवाइड एंड रूल की पॉलिसी अपनी जिहड़ी है शुरू की ते वो लोकां दे विच एंड तक रहेगी। क्लीयर जी। जे आपां गल करदे जी कांग्रेस दी, हुण आपां गल करदे कांग्रेस दी, तो कांग्रेस ने कीता कि इस टाइम जिहड़े लीडर सीगे वो तो एक्सट्रीमिस्ट सी, मॉडरेट्स ने की कीता। तो आपां देखांगे जिहड़ी मूवमेंट अपनी स्वदेशी मूवमेंट, तो ये मूवमेंट जिहड़ी अपनी शुरू हुई है 1905 दे विच, जिहड़ी 1905 तो लैके कद तक चलेगी ऑलमोस्ट आपां गल करिए तो 1909 तक आपां कह सकते हैं कि थोड़ी थोड़ी चलती रहेगी। जिहड़ी ज्यादा इहदी पीक होएगी मूवमेंट दी 1905 1906 1907 मैक्सिमम, 7 तो बाद ये जिहड़ी मूवमेंट है डिक्लाइन च जाएगी। हुण 7 च एवें दा की होएगा कि मूवमेंट डिक्लाइन कर गई, 7 च कुछ ना कुछ तो होना चाहिए है। तो देखो जी, जे गल करिए लड़ाई हो रही है इत्थे कांग्रेस दे विच, किन्हां दे विच? मॉडरेट ते एक्सट्रीमिस्ट। पार्टीशन ऑफ बंगाल होगी, मॉडरेट्स ने की कीता अपने जिहड़े ने लैटर लिख के अंग्रेजां नूं भेजते कि अंग्रेजां ने पार्टीशन ऑफ बंगाल बंद करती नहीं की। ਜਦੋਂ ਉਹਨਾਂ ਨੇ ਪਾਰਟੀਸ਼ਨ ਆਫ ਬੰਗਾਲ ਰੋਕੀ ਹੀ ਨਹੀਂ ਤਾਂ ਲੋਕਾਂ ਦੇ ਵਿੱਚ ਗੁੱਸਾ ਸੀ ਕਿ ਮੋਡਰੇਟ ਕੁਝ ਕਿਉਂ ਨਹੀਂ ਕਰ ਰਹੇ। ਜਦੋਂ ਮੋਡਰੇਟਸ ਨੂੰ ਬਿਨਾਂ ਪੁੱਛੇ ਹੀ ਐਕਸਟ੍ਰੀਮਿਸਟ ਨੇ ਕੀ ਕਰਤੀ, ਮੂਵਮੈਂਟ ਲਾਂਚ ਕਰਤੀ ਸਵਦੇਸ਼ੀ ਮੂਵਮੈਂਟ। ਜਦੋਂ ਸਵਦੇਸ਼ੀ ਮੂਵਮੈਂਟ ਲਾਂਚ ਕਰ ਦਿੱਤੀ ਗਈ ਤਾਂ ਹੁਣ ਐਕਸਟ੍ਰੀਮਿਸਟ ਕੀ ਚਾਹੁੰਦੇ ਨੇ? ਉਹ ਇਹ ਚਾਹੁੰਦੇ ਨੇ ਕਿ ਕਾਂਗਰਸ ਜਿਹੜੀ ਹੈ ਇਹ ਮੂਵਮੈਂਟ ਜਿਹੜੀ ਬੰਗਾਲ ਤੋਂ ਸ਼ੁਰੂ ਹੋਈ ਹੈ ਨਾ, ਇਹਨੂੰ ਸਾਰੇ ਹੀ ਦੇਸ਼ ਦੇ ਵਿੱਚ ਕੀ ਕਰ ਲੈਣ, ਸ਼ੁਰੂ ਕਰ ਦੇਣ। ਕਿਉਂਕਿ ਕਾਂਗਰਸ ਇੱਕ ਬੰਗਾਲ ਦੀ ਕਾਂਗਰਸ ਪਾਰਟੀ ਨਹੀਂ ਹੈਗੀ, ਸਾਰੇ ਇੰਡੀਆ ਦੀ ਪਾਰਟੀ ਹੈ। ਤਾਂ ਕਾਂਗਰਸ ਨੂੰ ਕਿਹਾ ਜਾਏਗਾ, ਐਕਸਟ੍ਰੀਮਿਸਟ ਕਹਿਣਗੇ ਮੋਡरेट्स ਨੂੰ, ਦੇਖੋ ਜੀ ਮਿਲ ਕੇ ਸਵਦੇਸ਼ੀ ਮੂਵਮੈਂਟ ਨੂੰ ਸਾਰੇ ਹੀ ਇੰਡੀਆ 'ਚ ਕੀ ਕਰਦੇ ਆ, ਲਾਂਚ ਕਰਦੇ ਆ। ਸਾਡੇ ਲਈ ਚੰਗਾ ਮੌਕਾ ਹੈ, ਸਾਨੂੰ ਕੀ ਮਿਲ ਗਿਆ, ਇੱਕ ਜਗ੍ਹਾ ਮਿਲ ਗਈ, ਆਪਾਂ ਨੂੰ ਇੱਕ ਰੀਜ਼ਨ ਮਿਲ ਗਿਆ। ਪਰ ਮੋਡरेट्स ਜਿਹੜੇ ਨੇ ਬਹੁਤ ਜ਼ਿਆਦਾ ਕੀ ਹੋਣਗੇ ਇਹਦੇ ਵਿੱਚ, ਆਪਾਂ ਕਹਿ ਸਕਦੇ ਹਾਂ ਕਿ ਉਹ ਕਤਰਾਣਗੇ, ਉਹ ਕਹਿਣਗੇ ਨਹੀਂ ਅਸੀਂ ਇਸ ਮੂਵਮੈਂਟ ਦੇ ਨਾਲ ਹੀ ਨਹੀਂ ਹੈਗੇ, ਅਸੀਂ ਇਸ ਮੂਵਮੈਂਟ ਦੇ ਨਾਲ ਹੀ ਨਹੀਂ ਹੈਗੇ, ਇਹ ਸਾਡੀ ਮੂਵਮੈਂਟ ਨਹੀਂ, ਅਸੀਂ ਲਿਖ ਕੇ ਦੇਣਾ ਸੀ ਅੰਗਰੇਜ਼ਾਂ ਨੂੰ ਵੀ ਤੁਸੀਂ ਗਲਤ ਕੀਤਾ ਸੀ, ਉਹ ਕਰ ਚੁੱਕੇ ਹਾਂ। ਮੂਵਮੈਂਟ ਜਿਹੜੀ ਚੱਲ ਰਹੀ ਹੈ ਤੁਹਾਡੀ ਚੱਲ ਰਹੀ ਹੈ, ਐਕਸਟ੍ਰੀਮਿਸਟ ਦੀ ਸਾਡੀ ਨਹੀਂ ਚੱਲ ਰਹੀ। ਕਲੀਅਰ? ਤਾਂ ਕਾਂਗਰਸ ਦੇ ਵਿੱਚ ਇੱਥੇ ਹੁਣ ਲੜਾਈ ਹੈ, ਇੱਕ ਪਾਸੇ ਐਕਸਟ੍ਰੀਮਿਸਟ ਨੇ, ਇੱਕ ਪਾਸੇ ਮੋਡरेट ਨੇ, ਤੇ ਮੂਵਮੈਂਟ ਕਿਹੜੀ ਚੱਲ ਰਹੀ ਹੈ ਬੈਕਗਰਾਊਂਡ 'ਚ, ਸਵਦੇਸ਼ੀ ਮੂਵਮੈਂਟ ਚੱਲ ਰਹੀ ਹੈ। ਕਲੀਅਰ? ਚਲੋ ਜੀ ਹੁਣ ਗੱਲ ਕਰਦੇ ਹਾਂ 1905 ਦੇ ਵਿੱਚ ਜਦੋਂ ਕੀ ਹੋਏਗਾ, ਇਹਨਾਂ ਦਾ ਐਨੂਅਲ ਸੈਸ਼ਨ ਹੋਏਗਾ। ਆਪਾਂ ਗੱਲ ਕੀਤੀ ਸੀ ਹਰ ਸਾਲ ਕਾਂਗਰਸ ਦਾ ਸੈਸ਼ਨ ਹੋਏਗਾ, ਹਰ ਸਾਲ ਸੈਸ਼ਨ ਦਸੰਬਰ ਦੇ ਵਿੱਚ, ਨਵੰਬਰ ਦੇ ਵਿੱਚ ਹੋਏਗਾ। ਤਾਂ ਜਦੋਂ ਪਾਰਟੀਸ਼ਨ ਆਫ ਬੰਗਾਲ ਹੋ ਗਈ ਤਾਂ ਸਵਦੇਸ਼ੀ ਮੂਵਮੈਂਟ ਸ਼ੁਰੂ ਹੋ ਗਈ, ਸਵਦੇਸ਼ੀ ਮੂਵਮੈਂਟ ਸ਼ੁਰੂ ਹੋ ਗਈ, ਕਾਂਗਰਸ ਦਾ ਸੈਸ਼ਨ ਹੋਇਆ। ਕਾਂਗਰਸ ਦਾ ਸੈਸ਼ਨ ਕਿੱਥੇ ਹੋਇਆ ਜੀ? ਕਾਂਗਰਸ ਦਾ ਸੈਸ਼ਨ ਯਾਦ ਰੱਖਿਓ 1905 ਦੇ ਵਿੱਚ बनारस च होएगा। तो जब बनारस च हो रहा है तो ये प्रेसिडेंट कौन सी, तो नाम याद रख लियो, जी.के. गोखले। ठीक है जी, जी.के. गोखले कौन सी 1905 ਦੇ ਵਿੱਚ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਤੇ ਗੋਖਲੇ ਸਾਹਿਬ ਕੌਣ ਸੀਗੇ? ਇੱਕ ਮੋਡरेट ਸੀ। ਜਦੋਂ ਮੋਡरेट ਸੀ ਤਾਂ ਉੱਥੇ ਪਹਿਲੀ ਵਾਰ ਦੇਖਣ ਨੂੰ ਸਾਨੂੰ ਕੀ ਮਿਲਿਆ ਕਿ ਐਕਸਟ੍ਰੀਮਿਸਟ ਤੇ ਮੋਡरेट्स ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸਿਸ ਆ ਚੁੱਕੇ ਨੇ। ਐਕਸਟ੍ਰੀਮਿਸਟ ਕਹਿ ਰਹੇ ਨੇ ਕਿ ਇਹ ਜਿਹੜੀ ਮੂਵਮੈਂਟ ਹੈ 1905 ਦੇ ਐਨੂਅਲ ਸੈਸ਼ਨ ਦੇ ਵਿੱਚ ਕਿ ਇਹਨੂੰ ਆਲ ਇੰਡੀਆ ਲੈ ਕੇ ਚੱਲੋ। ਮੋਡरेट्स ਕਹਿਣਗੇ ਨਹੀਂ, ਕੁਝ ਨਹੀਂ ਹੋ ਰਿਹਾ, ਨਾ ਅਸੀਂ ਇਹਦੇ ਬਾਰੇ ਕੋਈ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ, ਤੁਸੀਂ ਇਹ ਮੂਵਮੈਂਟ ਕਰ ਰਹੇ ਹੋ ਕਰੀ ਚਲੋ, ਸਾਡਾ ਕਾਂਗਰਸ ਦਾ ਇਸ ਮੂਵਮੈਂਟ ਨਾਲ ਲੈਣਾ ਦੇਣਾ ਹੀ ਨਹੀਂ। ਕਲੀਅਰ? ਚਲੋ ਜੀ, ਤਾਂ ਕਾਂਗਰਸ ਨੇ ਕੀ ਕੀਤਾ, ਇਸ ਤੋਂ ਥੋੜਾ ਜਿਹਾ ਕਿਨਾਰਾ ਕਰ ਲਿਆ ਮੋਡरेट्स ਨੇ। ਕੋਈ ਗੱਲ ਨਹੀਂ, ਮੂਵਮੈਂਟ ਚੱਲੀ ਇੱਕ ਸਾਲ, 1906 ਆ ਗਿਆ। ਹੁਣ 1906 ਆ ਗਿਆ, ਹੁਣ ਅਜੇ ਵੀ ਮੋਡरेट्स ਦੀ ਮੂਵਮੈਂਟ ਜਿਹੜੀ ਹੈ ਬਹੁਤ ਵਧੀਆ ਚੱਲ ਰਹੀ ਹੈ, ਐਕਸਟ੍ਰੀਮਿਸਟ ਦੀ ਸੌਰੀ ਐਕਸਟ੍ਰੀਮਿਸਟ ਮੂਵਮੈਂਟ ਨੂੰ ਬਹੁਤ ਵਧੀਆ ਚਲਾ ਰਹੇ ਨੇ, ਬਹੁਤ ਲੋਕੀ ਇਹਦੇ ਨਾਲ ਜੁੜੇ ਹੋਏ ਨੇ। ਤਾਂ ਫਿਰ ਐਕਸਟ੍ਰੀਮਿਸਟ ਕੀ ਚਾਹਣਗੇ
ਕਹਿਣਗੇ ਕਿ ਦੇਖੋ ਜੇ ਤਾਂ ਮੋਡਰੇਟ ਜਿਹੜੇ ਨੇ ਇਹ ਰਹਿਣਗੇ ਪ੍ਰੈਜ਼ੀਡੈਂਟ ਤਾਂ ਇਹਨਾਂ ਨੇ ਕਾਂਗਰਸ ਨੂੰ ਆਲ ਇੰਡੀਆ ਲੈਵਲ ਤੇ ਇਹ ਮੂਵਮੈਂਟ ਨਹੀਂ ਹੁੰਦੀ ਨਹੀਂ, ਤਾਂ ਕਿਸੇ ਨਾ ਕਿਸੇ ਤਰ੍ਹਾਂ ਐਕਸਟ੍ਰੀਮਿਸਟ ਸੋਚ ਰਹੇ ਨੇ ਅਸੀਂ ਕੀ ਕਰੀਏ ਆਪਣਾ ਬੰਦਾ ਲਿਆ ਕੇ ਪ੍ਰੈਜ਼ੀਡੈਂਟ ਬਣਾ ਦਈਏ। ਜੇ ਐਕਸਟ੍ਰੀਮਿਸਟ ਦਾ ਹੀ ਬੰਦਾ ਪ੍ਰੈਜ਼ੀਡੈਂਟ ਹੋਏਗਾ ਤਾਂ ਕਿਤੇ ਨਾ ਕਿਤੇ ਕੀ ਹੋਏਗਾ, ਉਹ ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਐਂਡ ਦੇ ਵਿੱਚ ਲਿਆਏਗਾ, ਦਬਾਅ ਪੈ ਜਾਏਗਾ ਆਪਣਾ। ਇੱਕ ਆਪਾਂ ਕਹਿ ਸਕਦੇ ਕਿ ਪਕਸ਼ ਜਿਹੜਾ ਹੈਗਾ ਸਾਡਾ ਹੀ ਪ੍ਰੈਜ਼ੀਡੈਂਟ ਹੈ, ਸਾਡੀ VOTING ਜ਼ਿਆਦੀ ਹੈ ਤਾਂ ਅਸੀਂ ਕਰ ਦਾਂਗੇ। ਪਰ ਇੱਥੇ ਦੇਖਣ ਨੂੰ ਕੀ ਮਿਲੇਗਾ, 1906 ਦੇ ਵਿੱਚ ਜਦੋਂ ਐਕਸਟ੍ਰੀਮਿਸਟ ਜਿਹੜੇ ਨੇ ਉਹ ਕੀ ਚਾਹ ਰਹੇ ਨੇ ਕਿ ਸਾਡਾ ਪ੍ਰੈਜ਼ੀਡੈਂਟ ਬਣੇ, ਮੋਡਰੇਟ ਜਿਹੜੇ ਨੇ ਇਹ ਕਿਵੇਂ ਦੇ ਇਨਸਾਨ ਨੂੰ ਪ੍ਰੈਜ਼ੀਡੈਂਟ ਵਜੋਂ ਖੜਾ ਦੇਣਗੇ ਜਿਹੜੀ ਸਾਰੇ ਹੀ ਕੀ ਕਰਦੇ ਨੇ, ਸਨਮਾਨ ਕਰਦੇ ਨੇ। ਮੋਡਰੇਟਸ ਜਿਹੜੇ ਨੇ ਉਹ ਕੀ ਕਰਨਗੇ ਦੇਖਾਂਗੇ ਆਪਾਂ, ਤਾਂ ਦਾਦਾ ਭਾਈ ਨਰੋਜੀ ਨੂੰ ਨਾਮ ਦੇ ਦੇਣਗੇ ਕਿ ਦਾਦਾ ਭਾਈ ਨਰੋਜੀ ਨੂੰ ਕੀ ਚਾਹੀਦਾ ਜੀ, ਇਹਨਾਂ ਨੂੰ ਬਣਾਓ ਪ੍ਰੈਜ਼ੀਡੈਂਟ 1906 ਦੇ ਵਿੱਚ। ਹੁਣ ਦਾਦਾ ਭਾਈ ਨਰੋਜੀ ਦੀ ਜੇ ਗੱਲ ਕਰੀਏ ਤਾਂ ਦਾਦਾ ਭਾਈ ਨਰੋਜੀ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਸੀ, ਬਹੁਤ ਜ਼ਿਆਦਾ ਸੀਨੀਅਰ ਲੀਡਰ ਸੀ ਕਾਂਗਰਸ ਦੇ। ਜਿਹੜੇ ਸੀਨੀਅਰ ਲੀਡਰ ਸੀ ਤਾਂ ਐਕਸਟ੍ਰੀਮਿਸਟ ਕੁਝ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਦਾਦਾ ਭਾਈ ਨਰੋਜੀ ਨੂੰ 1906 ਦੇ ਵਿੱਚ ਪ੍ਰੈਜ਼ੀਡੈਂਟ ਮੰਨਣਾ ਹੀ ਪੈਣਾ। ਜਦੋਂ ਉਹਨਾਂ ਨੂੰ ਮੰਨਣਾ ਹੀ ਪੈਣਾ ਪਰ ਉਹ ਕਿਤੇ ਨਾ ਕਿਤੇ ਆਪਣੀਆਂ ਮੰਗਾਂ ਤਾਂ ਰੱਖਣਗੇ ਹੀ ਨਾ ਜੇ ਵੀ, ਤਾਂ ਆਪਾਂ ਇੱਥੇ ਦੇਖਾਂਗੇ 1906 ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। 1906 ਦੇ ਵਿੱਚ ਪਹਿਲੀ ਵਾਰ ਕਾਂਗਰਸ ਦੇ ਵਿੱਚ ਆਪਾਂ ਕਹਿ ਸਕਦੇ ਕਿ ਇੰਨਾ ਦਬਾਅ ਸੀ ਐਕਸਟ੍ਰੀਮਿਸਟ ਦਾ, ਤਾਂ ਕਾਂਗਰਸ ਨੇ ਪਹਿਲੀ ਵਾਰ ਮੋਡਰੇਟਸ ਐਕਸਟ੍ਰੀਮਿਸਟ ਦੀ ਇੱਕ ਡਿਮਾਂਡ ਮੰਨ ਲਈ, ਉਹ ਕੀ ਸੀਗੀ, ਸਵਦੇਸ਼ੀ ਦੀ, ਜਾਂ ਜਿਹਨੂੰ ਆਪਾਂ ਕਹਾਂਗੇ ਸਵਰਾਜ ਦੀ। ਤਾਂ ਯਾਦ ਰੱਖਿਓ ਕਿ ਪਹਿਲੀ ਵਾਰ ਕਾਂਗਰਸ ਨੇ ਸਵਰਾਜ ਦੀ ਡਿਮਾਂਡ ਕਦੋਂ ਮੰਨੀ, 1906 ਦੇ ਵਿੱਚ ਮੰਨੀ। ਕੌਣ ਸੀਗੇ ਉਦੋਂ ਪ੍ਰੈਜ਼ੀਡੈਂਟ ਜੇ ਗੱਲ ਕਰਾਂਗੇ ਤਾਂ ਦਾਦਾ ਭਾਈ ਨਰੋਜੀ ਸੀ। ਕਲੀਅਰ। ਤਾਂ ਇੱਥੇ ਹੀ ਸਵਦੇਸ਼ੀ ਵਾਲਾ ਪ੍ਰੋਗਰਾਮ ਨੂੰ ਵੀ ਸਪੋਰਟ ਕਰੇਗੀ ਕਾਂਗਰਸ, ਪਲੱਸ ਨੈਸ਼ਨਲ ਐਜੂਕੇਸ਼ਨ ਵਾਸਤੇ ਵੀ ਕਾਂਗਰਸ ਜਿਹੜੀ ਹੈ ਕੀ ਕਰੇਗੀ, ਇਸ ਨੂੰ ਸਪੋਰਟ ਕਰੇਗੀ। ਤੇ ਪਹਿਲੀ ਵਾਰ ਕਾਂਗਰਸ ਡਿਮਾਂਡ ਕਰ ਦੇਗੀ ਸਵਰਾਜ ਦੀ। ਹੁਣ ਪਹਿਲੀ ਵਾਰ ਡਿਮਾਂਡ ਹੋਗੀ ਕਿਸ ਚੀਜ਼ ਦੀ, ਸਵਰਾਜ ਦੀ। ਕਾਂਗਰਸ ਨੇ कहता कि जी ਸਵਰਾਜ ਸਾਡਾ ਗੋਲ ਹੈ, ਸਵਰਾਜ ਮਤਲਬ ਕਿ ਸਾਡਾ ਰਾਜ, ਠੀਕ ਹੈ ਜੀ। ਅਸੀਂ ਇਸ ਧਿਆਨ ਰੱਖਾਂਗੇ ਵੀ ਕੀ ਕੰਮ ਕਰਨੇ ਨੇ ਕੀ ਨਹੀਂ ਕਰਨੇ, ਸਾਡਾ ਰਾਜ ਹੋਣਾ ਚਾਹੀਦਾ ਸਵਰਾਜ, ਠੀਕ ਹੈ ਜੀ। ਅਜੇ ਸਵਰਾਜ ਨੂੰ ਆਪਾਂ ਸਿੰਪਲ ਸਮਝਦੇ ਹਾਂ ਡੋਮੀਨੀਅਨ ਸਟੇਟਸ, ਕਿ ਮਤਲਬ ਕਿ ਬ੍ਰਿਟਿਸ਼ਰ ਜਿਹੜੇ ਸਭ ਤੋਂ ਉੱਪਰ ਹੋ ਸਕਦੇ ਨੇ, ਪਰ ਨੀਚੇ ਲੈਵਲ ਤੇ ਜਿੰਨੇ ਵੀ ਕੰਮ ਹੋਣਗੇ ਉਹ ਇੰਡੀਅਨਸ ਹੀ ਕਰਨਗੇ। ਜਿਹੜੀ ਜ਼ਿਆਦਾ ਐਕਚੁਅਲ ਰੀਅਲ ਪਾਵਰ ਹੋਏਗੀ ਉਹ ਇੰਡੀਅਨਸ ਦੇ ਹੱਥ 'ਚ ਹੋਏਗੀ, ਪਰ ਅੰਗਰੇਜ਼ ਦੇ ਉੱਪਰ ਰਹਿਣਾ ਚਾਹੁੰਦੇ ਨੇ ਕੋਈ ਚੱਕਰ ਨਹੀਂ, ਪਰ ਰੀਅਲ ਪਾਵਰ ਜਿਹੜੀ ਹੈ ਸਾਡੇ ਹੱਥ 'ਚ ਹੋਵੇ, ਠੀਕ ਹੈ ਜੀ। ਤਾਂ ਕਾਂਗਰਸ ਨੇ 1906 ਦੇ ਵਿੱਚ ਜਦੋਂ ਦਾਦਾ ਭਾਈ ਨਰੋਜੀ ਕੀ ਹੋਣਗੇ, ਆਪਾਂ ਗੱਲ ਕਰੀਏ ਪ੍ਰੈਜ਼ੀਡੈਂਟ ਹੋਣਗੇ, ਤਾਂ ਉਹਨਾਂ ਨੇ ਕੀ ਕੀਤਾ, ਸਵਰਾਜ ਦੀ ਡਿਮਾਂਡ ਨੂੰ ਮੰਨ ਲਿਆ। ਹੁਣ ਜਦੋਂ ਸਵਰਾਜ ਦੀ ਡਿਮਾਂਡ ਮੰਨੀ ਗਈ ਨਾ, ਤਾਂ ਕਿਤੇ ਨਾ ਕਿਤੇ ਐਕਸਟ੍ਰੀਮਿਸਟ ਜਿਹੜੇ ਨੇ ਖੁਸ਼ ਹੋ ਗਏ ਕਿ ਚਲੋ ਸਾਡਾ ਪ੍ਰੈਜ਼ੀਡੈਂਟ ਨਹੀਂ ਬਣਿਆ, ਪਰ ਘੱਟੋ ਘੱਟ ਕਾਂਗਰਸ ਨੇ ਸਵਰਾਜ ਦੀ ਡਿਮਾਂਡ ਤਾਂ ਮੰਨੀ। ਕਹਿਣਗੇ ਕੋਈ ਗੱਲ ਨਹੀਂ, ਅੱਜ ਇਸ ਸਾਲ ਪ੍ਰੈਜ਼ੀਡੈਂਟ ਨਹੀਂ ਨਾ ਬਣਿਆ, ਦਾਦਾ ਭਾਈ ਨਰੋਜੀ ਆ ਗਏ, ਤਾਂ 1907 ਵੀ ਤਾਂ ਨੇੜੇ ਹੀ ਹੈ। ਤਾਂ 1907 ਦੇ ਵਿੱਚ ਜਿਹੜੇ ਐਕਸਟ੍ਰੀਮਿਸਟ ਹੋਣਗੇ ਉਹ ਪੂਰੇ ਜੋਰਾਂ ਸ਼ੋਰਾਂ ਤੇ ਨੇ ਕਿ ਸਾਡਾ ਇਸ ਵਾਰ ਪ੍ਰੈਜ਼ੀਡੈਂਟ ਬਣਨਾ ਹੀ ਬਣਨਾ ਚਾਹੀਦਾ, ਸਾਡਾ ਜਿਹੜਾ ਹੈ ਪ੍ਰੈਜ਼ੀਡੈਂਟ ਬਣੇ, ਤਾਂ ਕਿ ਅਸੀਂ ਸਾਰੇ ਇੰਡੀਆ ਦੇ ਵਿੱਚ ਇਹ ਮੂਵਮੈਂਟ ਨੂੰ ਲੈ ਕੇ ਚੱਲੀਏ। ਦੂਜੇ ਪਾਸੇ ਮੋਡਰੇਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਕੀ ਨੇ, ਉਹ ਦੇਖ ਰਹੇ ਨੇ ਕਿ ਐਕਸਟ੍ਰੀਮਿਸਟ ਜਿਹੜੇ ਨੇ ਮੂਵਮੈਂਟ ਜਿਹੜੀ ਹੈ ਆਲ ਇੰਡੀਆ ਲੈਵਲ ਤੇ ਕਰਨਗੇ, ਮਾਸਿਸ ਦੇ ਹੱਥ 'ਚ ਮੂਵਮੈਂਟ ਜਾਏਗੀ ਤੇ ਕਿਤੇ ਨਾ ਕਿਤੇ ਹਿੰਸਾ ਹੋਏਗੀ ਤੇ ਸਾਨੂੰ ਕੀ ਹੈ, ਨੁਕਸਾਨ ਹੋਣਾ ਹੈ। ਜਿਹੜਾ ਅਸੀਂ ਇੰਨੇ ਸਾਲਾਂ ਤੋਂ ਇੱਕ ਬੇਸ ਬਣਾਇਆ ਹੈ ਕਿ ਜਿਹੜਾ ਸਾਨੂੰ ਅੰਗਰੇਜ਼ ਕੁਛ ਨਹੀਂ ਸੀ ਕਹਿ ਰਹੇ ਵੀ, ਕਿਉਂਕਿ ਇਹ ਸ਼ਾਂਤੀਮਈ ਤਰੀਕੇ ਨਾਲ ਕੰਮ ਕਰ ਰਹੇ ਨੇ, ਤੇ ਇਹਨਾਂ ਨੇ ਕੀ ਕਰਨਾ, ਸਾਡੇ ਸਾਰਿਆਂ ਦੇ ਡਾਂਗੇ ਫੜਾਉਣਗੇ। ਤਾਂ ਮੋਡਰੇਟਸ ਤੇ ਐਕਸਟ੍ਰੀਮਿਸਟ ਇਹਨਾਂ ਦੇ ਵਿੱਚ ਕੀ ਚੱਲ ਰਿਹਾ, ਹੁਣ ਗੁੱਸਾ ਚੱਲ ਰਿਹਾ ਜੀ, ਇਹ ਡਿਫਰੈਂਸ ਨੇ। ਹੁਣ ਈਅਰ ਕਿਹੜਾ ਆਏਗਾ ਆਪਣਾ, ਈਅਰ ਆ ਗਿਆ ਜੀ 1907। 1907 ਆ ਗਿਆ ਜੀ, ਤਾਂ ਇਸ ਵਾਰ ਜਿਹੜਾ ਸੈਸ਼ਨ ਹੋਣਾ 1907 ਦਾ, ਉਹ ਹੋਣਾ ਕਿੱਥੇ, ਸੂਰਤ ਦੇ ਵਿੱਚ। ਸੂਰਤ ਦੇ ਵਿੱਚ ਸੈਸ਼ਨ ਹੋ ਰਿਹਾ ਹੈ ਤੇ ਮੋਡਰੇਟਸ ਨੇ ਆਪਣੇ ਜਿਹੜੇ ਕहेंगे ਕਿ ਪ੍ਰੈਜ਼ੀਡੈਂਟ ਕੀ ਮੋਡਰੇਟਸ ਵੱਲੋਂ, ਤਾਂ ਉਹ ਕਹਿ ਰਹੇ ਨੇ ਕਿ ਹੋਏਗਾ ਜੀ ਰਾਸ ਬਿਹਾਰੀ ਘੋਸ਼, ਠੀਕ ਹੈ ਜੀ। ਬੋਸ ਨਹੀਂ ਹੈਗੇ, ਰਾਸ ਬਿਹਾਰੀ ਘੋਸ਼ ਨੇ। ਬੋਸ ਜਿਹੜੇ ਹੋਣਗੇ ਰੈਵੋਲੂਸ਼ਨਰੀ ਹੁੰਦੇ ਨੇ, ਮੋਡਰੇਟ ਦੀ ਗੱਲ ਕਰਾਂਗੇ ਤਾਂ ਰਾਸ ਬਿਹਾਰੀ ਘੋਸ਼ ਨੇ। ਤਾਂ ਮੋਡਰੇਟਸ ਨੇ ਆਪਣੇ ਪ੍ਰੈਜ਼ੀਡੈਂਟ ਖੜਾਤੇ ਕਿਹਨਾਂ ਨੂੰ, ਰਾਸ ਬਿਹਾਰੀ ਘੋਸ਼। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਖਬਾਰਾਂ ਦੇ ਵਿੱਚ ਗੱਲ ਕਰਾਂਗੇ, ਅਲੱਗ-ਅਲੱਗ ਮੀਟਿੰਗਸ ਦੇ ਵਿੱਚ ਐਕਸਟ੍ਰੀਮਿਸਟ ਜਿਹੜੇ ਨੇ ਮੋਡਰੇਟ ਖਿਲਾਫ ਬੋਲ ਰਹੇ ਨੇ, ਮੋਡਰੇਟ ਜਿਹੜੇ ਨੇ ਐਕਸਟ੍ਰੀਮਿਸਟ ਖਿਲਾਫ ਬੋਲ ਰਹੇ ਨੇ। ਪੂਰੇ ਆਪਾਂ ਕਹਾਂਗੇ ਕਿ ਪੂਰੀ ਬਿਆਨਬਾਜ਼ੀ ਚੱਲ ਰਹੀ ਹੈ, ਇੱਕ ਮਾਹੌਲ ਪੂਰਾ ਸੈੱਟ ਹੋ ਚੁੱਕਿਆ ਹੈ ਕਿ ਦੋਨਾਂ ਦੇ ਵਿੱਚ ਲੜਾਈ ਹੁਣ ਹੋਣੀ ਹੀ ਹੈ। ਸੂਰਤ ਦੇ ਵਿੱਚ ਸੈਸ਼ਨ ਹੋਇਆ ਤੇ ਐਕਸਟ੍ਰੀਮਿਸਟ ਦਾ ਜਿਹੜਾ ਆਪਾਂ ਕਹਾਂਗੇ ਕਿ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਹਾਰ ਗਏ, ਤੇ ਜਿਹੜੇ ਕਾਂਗਰਸ ਦੇ ਅਗਲੇ ਸੈਸ਼ਨ ਸੂਰਤ ਦੀ ਗੱਲ ਕਰਾਂਗੇ 1907 ਦੀ, ਤਾਂ ਉਹਦੇ ਵਿੱਚ ਪ੍ਰੈਜ਼ੀਡੈਂਟ ਬਣ ਗਏ ਰਾਸ ਬਿਹਾਰੀ ਘੋਸ਼। ਤਾਂ ਮਤਲਬ ਕਿ ਸਭ ਤੋਂ ਜ਼ਿਆਦਾ ਕਿਹਨਾਂ ਨੂੰ ਨੁਕਸਾਨ ਹੋਇਆ, ਐਕਸਟ੍ਰੀਮਿਸਟ ਨੂੰ ਨੁਕਸਾਨ ਹੋਇਆ। ਤਾਂ ਕਿਤੇ ਨਾ ਕਿਤੇ ਪਹਿਲਾਂ ਹੀ ਆਪਾਂ ਕਹਾਂਗੇ ਇੰਨੀ ਬਿਆਨਬਾਜ਼ੀ ਹੋ ਚੁੱਕੀ ਸੀ, ਇੱਕ ਦੂਜੇ ਬਾਰੇ ਇੰਨਾ ਗੁੱਸਾ ਸੀ, ਤਾਂ ਸੂਰਤ ਸੈਸ਼ਨ ਦੇ ਵਿੱਚ ਆਪਾਂ ਦੇਖਾਂਗੇ ਕਿ ਐਕਸਟ੍ਰੀਮਿਸਟ ਤੇ ਮੋਡਰੇਟਸ ਆਪਸ 'ਚ ਲੜ ਪੈਣਗੇ, ਇੱਕ ਦੂਜੇ ਦੇ ਚੱਪਲਾਂ ਸੁੱਟ ਰਹੇ ਨੇ, ਬੁੱਕਸ ਸੁੱਟ ਰਹੇ ਨੇ, ਕੁਰਸੀਆਂ ਵੱਜ ਰਹੀਆਂ। ਸੂਰਤ ਸੈਸ਼ਨ ਤੁਸੀਂ ਕਹਿ ਸਕਦੇ ਹੋ ਕਿ ਇੱਕ ਪੂਰਾ ਲੜਾਈ ਦਾ ਮੈਦਾਨ ਬਣ ਗਿਆ ਕਾਂਗਰਸ ਦਾ। ਇਹਦੇ ਵਿੱਚ ਹੋਏਗਾ ਕਿਉਂ, ਨੁਕਸਾਨ ਕਿਹਦਾ ਹੈ, ਨੁਕਸਾਨ ਹੋਏਗਾ ਸਵਦੇਸ਼ੀ ਮੂਵਮੈਂਟ ਦਾ। ਨੁਕਸਾਨ ਹੋਏਗਾ ਕਿ ਮੋਡਰੇਟਸ ਜਿਨ੍ਹਾਂ ਦਾ ਪ੍ਰੈਜ਼ੀਡੈਂਟ ਬਣ ਚੁੱਕੇ ਰਾਸ ਬਿਹਾਰੀ ਬੋਸ, ਉਹਨਾਂ ਨੇ ਕੀ ਕਰਨਾ ਹੈ, ਉਹਨਾਂ ਨੇ ਐਕਸਟ੍ਰੀਮਿਸਟ ਨੂੰ ਕਾਂਗਰਸ ਦੇ ਤੋਂ ਬਾਹਰ ਕੱਢਤਾ, ਕਾਂਗਰਸ ਚੋਂ ਐਕਸਟ੍ਰੀਮਿਸਟ ਬਾਹਰ।
ਸਿਰਫ ਮੋਡਰੇਟ ਰਹਿਣਗੇ। ਹੁਣ ਮੋਡਰੇਟ ਕਰਨਗੇ ਕੀ? ਅਗਲੇ 8 ਸਾਲ ਲਈ ਮੋਡਰੇਟ ਕੁਝ ਨਹੀਂ ਕਰਨਗੇ। ਕਾਂਗਰਸ ਜਿਹੜੀ ਹੈ ਉਹ ਬੰਦ। ਜਦੋਂ ਕਾਂਗਰਸ ਦੇ ਵਿੱਚੋਂ ਐਕਸਟ੍ਰੀਮਿਸਟ ਬਾਹਰ ਹੋ ਗਏ ਤਾਂ ਕਿਹਨਾਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਫਾਇਦਾ? ਗੋਰਿਆਂ ਨੂੰ ਮਿਲੇਗਾ। ਗੋਰਿਆਂ ਨੇ ਦੇਖਣਾ ਕਿ ਕਿਹੜੇ-ਕਿਹੜੇ ਐਕਸਟ੍ਰੀਮਿਸਟ ਸਵਦੇਸ਼ੀ ਮੂਵਮੈਂਟ 'ਚ ਕੰਮ ਕਰ ਰਹੇ ਨੇ, ਉਹਨਾਂ ਨੂੰ ਕੀ ਕੀਤਾ ਜਾਏਗਾ? ਅਲੱਗ-ਅਲੱਗ ਐਕਟ ਲਗਾ ਕੇ, ਜਿਵੇਂ ਆਪਾਂ ਪੜ੍ਹਿਆ ਸੀ ਸੈਡੀਸ਼ਨ ਐਕਟ, ਆਫੀਸ਼ੀਅਲ ਸੀਕ੍ਰੇਸੀ ਐਕਟ, ਐਵੇਂ ਦੇ ਐਕਟ ਲਿਆ ਕੇ ਕੀ ਕੀਤਾ ਜਾਏਗਾ? ਅੰਦਰ ਕੀਤਾ ਜਾਏਗਾ ਜੇਲ੍ਹ ਦੇ। ਜੇ ਕਾਂਗਰਸ 'ਚ ਸੀਗੇ ਤਾਂ ਕਿਤੇ ਨਾ ਕਿਤੇ ਬ੍ਰਿਟਿਸ਼ਰ ਜਿਹੜੇ ਸੀਗੇ ਕਾਫੀ ਕਤਰਾ ਰਹੇ ਸੀਗੇ ਕਿ ਇਹਨਾਂ ਨੂੰ ਅਜੇ ਕੁਝ ਨਹੀਂ ਕਹਿਣਾ, ਪਰ ਜਦੋਂ ਇੱਕ ਵਾਰ ਕਾਂਗਰਸ 'ਚੋਂ ਐਕਸਟ੍ਰੀਮਿਸਟ ਨੂੰ ਬਾਹਰ ਕਰਤਾ, ਉਹ ਮੂਵਮੈਂਟ ਨੂੰ ਅਸਲ 'ਚ ਉਹੀ ਚਲਾ ਰਹੇ ਸੀ, ਤਾਂ ਇਹ ਮੂਵਮੈਂਟ ਜਿਹੜੀ ਹੈ ਹੁਣ ਸਾਡੀ ਕੀ ਹੋਏਗੀ? ਡਿਕਲਾਈਨ ਹੋਏਗੀ, ਬਸ ਡਾਊਨਫਾਲ ਹੈ। ਕਲੀਅਰ? ਚਲੋ ਜੀ, ਨੈਕਸਟ ਆਪਾਂ ਜੇ ਡਿਸਕਸ ਕਰਾਂਗੇ 1909 ਦੇ ਰਿਫਾਰਮਸ। ਹੁਣ ਜਿਹੜੇ ਆਪਾਂ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ, ਤਾਂ 1909 ਦੇ ਰਿਫਾਰਮਸ ਆਣਗੇ। ਉਸ ਦੇ ਰਿਫਾਰਮਸ ਦੇ ਨਾਲ ਹੀ ਜੇ ਆਪਾਂ ਗੱਲ ਕਰਾਂਗੇ ਅੰਗਰੇਜ਼ਾਂ ਦੀ, ਇੱਕ ਤਾਂ ਪਾਲਿਸੀ ਹੈ ਅੰਗਰੇਜ਼ਾਂ ਦੀ ਡਿਵਾਈਡ ਐਂਡ ਰੂਲ। ਇਸ ਤੋਂ ਇਲਾਵਾ ਇੱਕ ਅੰਗਰੇਜ਼ਾਂ ਦੀ ਪਾਲਿਸੀ ਆਏਗੀ ਕੈਰਟ ਐਂਡ ਸਟਿਕ, ਕਿ ਜਿਹੜਾ ਵੀ ਬੰਦਾ ਕਿਵੇਂ ਵੀ ਮੰਨ ਸਕਦਾ ਹੈ, ਜਾਂ ਤਾਂ ਉਹਨੂੰ ਕੈਰਟ ਦੇ ਦਿਓ ਕਿ ਲੋ ਜੀ ਗਾਜਰ ਖਾ ਲਓ, ਜੇ ਉਹਦੇ ਨਾਲ ਵੀ ਨਹੀਂ ਮੰਨਦਾ ਕਿ ਕੁਝ ਦੇਣ ਨਾਲ, ਰਿਸ਼ਵਤ ਦੇਣ ਨਾਲ ਵੀ ਨਹੀਂ ਮੰਨ ਰਿਹਾ, ਤਾਂ ਫਿਰ ਡੰਡਾ ਤਾਂ ਹੈਗਾ ਹੀ ਹੈ। ਤਾਂ ਆਪਾਂ ਇੱਥੇ ਦੇਖਾਂਗੇ ਬ੍ਰਿਟਿਸ਼ਰਸ ਦੀ ਪਾਲਿਸੀ ਹੋਏਗੀ ਕੈਰਟ ਐਂਡ ਸਟਿਕ। ਮੋਡਰੇਟਸ ਨੂੰ ਕੈਰਟ ਦੇਣਗੇ, ਮੋਡਰੇਟਸ ਕੈਰਟਸ ਲੈ ਲੈਣਗੇ, ਕਹਿਣਗੇ ਕਿ ਠੀਕ ਹੈ ਜੀ, ਲੋ ਜੀ ਥੋੜੇ ਜਿਹੇ ਰਿਫਾਰਮਸ ਮੋਡਰੇਟ ਮੰਨ ਜਾਣਗੇ। ਥੋੜੇ ਜਿਹੇ ਰਿਫਾਰਮਸ ਐਕਸਟ੍ਰੀਮਿਸਟ ਨੂੰ ਦੇਣਗੇ, ਐਕਸਟ੍ਰੀਮਿਸਟ ਮੰਨਣਗੇ ਨਹੀਂ, ਉਹ ਜਾਣਗੇ ਕਿੱਥੇ? ਹੁਣ ਜੇਲ੍ਹ 'ਚ। ਮੂਵਮੈਂਟ ਜਿਹੜੀ ਆਪਣੀ ਸਵਦੇਸ਼ੀ ਮੂਵਮੈਂਟ ਉਹ ਕੀ ਹੋਗੀ? ਖਤਮ। ਕੀ ਸਾਡੀ ਪਾਰਟੀਸ਼ਨ ਆਫ ਬੰਗਾਲ ਜਿਹੜਾ ਹੈ ਉਹ ਦੀ ਗੱਲ ਕਰਾਂਗੇ ਕਿ ਉਹ ਖਤਮ ਹੋਇਆ? ਨਹੀਂ, ਬ੍ਰਿਟਿਸ਼ਰਸ ਨੇ ਤਾਂ ਅਜੇ ਵੀ ਬੰਗਾਲ ਨੂੰ ਪਾਰਟੀਸ਼ਨ ਕਰਤੀ, ਉਹਨੂੰ ਤਾਂ ਵੰਡਤਾ ਨਾ ਬੰਗਾਲ ਨੂੰ। ਤਾਂ ਮੂਵਮੈਂਟ ਜਿਹੜੀ ਹੈ ਜਦੋਂ ਕਿਸੇ ਵੀ ਸੀਟੇ ਤੇ ਨਹੀਂ ਨਾ ਨਿਕਲਦੀ, ਇੱਕ ਮੂਵਮੈਂਟ ਜਿਹਦੇ ਵਿੱਚ ਲੋਕ ਆਏ ਹੋਣ, ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਇੱਥੇ ਕੀ ਹੋ ਸਕਦਾ ਹੈ ਕਿ ਅੰਗਰੇਜ਼ਾਂ ਦੇ ਖਿਲਾਫ ਅਸੀਂ ਜਿੱਤਾਂਗੇ, ਪਰ ਉਹ ਜਿੱਤਦੇ ਨਹੀਂ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਉਹ ਲੋਕ ਜਿਹੜੇ ਉਹ ਸਕੂਲ ਚੋਂ ਨਿਕਲੇ ਸੀ, ਕਾਲਜਿਸ ਚੋਂ ਬੱਚੇ ਨਿਕਲੇ ਸੀ, ਉਹਨਾਂ ਨੇ ਦੇਖਿਆ ਕਿ ਕੁਝ ਨਹੀਂ ਹੋ ਰਿਹਾ। ਕਾਂਗਰਸ ਜਿਹੜੀ ਅਗਲੇ 8 ਸਾਲ ਲਈ ਕੁਝ ਨਹੀਂ ਕਰੇਗੀ, ਮੋਡਰੇਟਸ ਚੁੱਪ ਬੈਠੇ ਰਹਿਣਗੇ, ਐਕਸਟ੍ਰੀਮਿਸਟ ਜਿਹੜੇ ਨੇ ਜੇਲ੍ਹ 'ਚ ਚਲੇ ਗਏ। ਤਾਂ ਇੱਥੇ ਆਪਾਂ ਦੇਖਾਂਗੇ ਕੁਝ ਯੰਗ ਮੁੰਡੇ ਜਿਨ੍ਹਾਂ ਨੂੰ ਆਪਾਂ ਕੀ ਕਹਾਂਗੇ? ਰੈਵੋਲੂਸ਼ਨਰੀਜ਼। ਤਾਂ ਇੱਥੇ ਆਪਾਂ ਨੂੰ ਹੁਣ ਦੇਖਣ ਨੂੰ ਕੀ ਮਿਲਣਗੀਆਂ? ਕੁਝ ਰੈਵੋਲੂਸ਼ਨਰੀ ਐਕਟੀਵਿਟੀਜ਼ ਵੀ ਦੇਖਣ ਨੂੰ ਮਿਲਣਗੀਆਂ। ਇਹ ਰੈਵੋਲੂਸ਼ਨਰੀ ਐਕਟੀਵਿਟੀਜ਼ ਪਲੱਸ 1909 ਦੇ ਰਿਫਾਰਮਸ, ਇਹ ਸਾਰਾ ਆਪਾਂ ਡਿਸਕਸ ਕਰਾਂਗੇ ਨੈਕਸਟ ਲੈਕਚਰ 'ਚ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।